चलदा मैं तेरी हर रचना तेरे विच बसदा तेरी उंगली फड़ के मैं तेरे संग चलदा आराधना 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 तेरी आराधना 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 तेरी आराधना सब अपनी खान पान करो परमेश्वर आत्मा साढ़े विचार में सुनता है परमेश्वर बोलो परमेश्वर मैं तेरी उंगली नु फड़ना तेरे हाथ नु फड़ना और अपने आप को तेरी बाह चला के देना परमेश्वर ये प्रॉब्लम मेरी नहीं है ये समस्या मेरी नहीं बल्कि तेरी बन चुकी है आज परमेश्वर ने बोली मैं तेरी तेरे विच बसदा तेरी उंगली फड़ के मैं तेरे संग चलदा किन्हीं लोगों ने प्रभु की हुजूरी में महसूस किया किन्हीं ने महसूस किया कुछ एंटर किया है
किन्ने ने महसूस किया कुछ शांति आराम आया है? हालेलुया। बाइबल च लिखा है मैं तेरे की अपनी इस प्रेजेंस ਨੂੰ ਕਰਾਂਗਾ। प्रेजेंस ਦਾ मतलब पैनिंग शब्द ਜਿਹੜਾ ਉਹ ਇਬਰੂ ਭਾਸ਼ਾ ਦਾ ਵਰਡ ਹੈ ਔਰ ਪੈਨਿੰਗ ਦਾ मतलब फेस। ਪਰਮੇਸ਼ਰ ਕਹਿੰਦਾ ਮੈਂ ਆਪਣੇ ਫੇਸ ਨੂੰ ਤੇਰੇ ਫੇਸ ਦੇ ਨਾਲ ਰੱਖਾਂਗਾ, ਇੰਨਾ ਜ਼ਿਆਦਾ ਕਲੋਜ਼ ਰੱਖਾਂਗਾ। ਸਾਡੀ ਬਹੁਤ ਸਾਰੇ ਲੋਕ ਕਹਿੰਦੇ ਪਰਮੇਸ਼ਰ ਦੇ ਪੈਰਾਂ ਵਿੱਚ ਅਸੀਂ ਪਰਮੇਸ਼ਰ ਦੇ ਪੈਰਾਂ ਉੱਤੇ, ਪਰ ਪਰਮੇਸ਼ਰ ਦਾ ਨਹੀਂ ਕਹਿੰਦਾ। ਪਰਮੇਸ਼ਰ ਕਹਿੰਦਾ ਤੂੰ ਮੇਰੇ ਫੇਸ ਦੇ ਲਾਗੇ ਬਿਲਕੁਲ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਤੂੰ ਬਿਲਕੁਲ ਮੇਰੇ ਫੇਸ ਦੇ ਲਾਗੇ। See, a true worship comes from heart. ਜਿਹੜੀ ਅਸਲੀ ਆਰਾਧਨਾ ਹੈ ਉਹ ਦਿਲ ਤੋਂ ਆਉਂਦੀ ਹੈ। It doesn't come from instrument, it doesn't come from anywhere else. ਇਹ ਸਿਰਫ ਸਾਜ਼ਾਂ ਦੁਆਰਾ ਨਹੀਂ ਜਾਂ ਕਿਸੇ ਹੋਰ ਗੱਲ ਦੇ ਦੁਆਰਾ ਨਹੀਂ, ਸੱਚੀ ਆਰਾਧਨਾ ਜਿਹੜੀ ਦਿਲ ਤੋਂ ਹੁੰਦੀ ਹੈ। It comes from the heart. ਇਹ ਦਿਲ ਤੋਂ ਨਿਕਲਦੀ ਹੈ। When you open your heart for God, ਜਦੋਂ ਤੁਸੀਂ ਆਪਣੇ ਦਿਲ ਨੂੰ ਪਰਮੇਸ਼ਰ ਦੇ ਲਈ ਖੋਲਦੇ ਹੋ, you bind the connection with God. ਤੁਸੀਂ ਪਰਮੇਸ਼ਰ ਨਾਲ ਇੱਕ ਗਹਿਰਾ ਸੰਬੰਧ ਬਣਾਉਂਦੇ ਹੋ। Hallelujah. Hallelujah. This is the true worship. ਇਹੀ ਇੱਕ ਅਸਲੀ ਆਰਾਧਨਾ ਹੈ। Hallelujah. Jesus said, "One worship by spirit and by truth, God searches them." ਯਿਸੂ ਨੇ ਆਖਿਆ ਜਿਹੜੇ ਲੋਕ ਰੂਹ ਆਤਮਾ ਔਰ ਸੱਚਾਈ ਤੋਂ ਆਰਾਧਨਾ ਕਰਦੇ ਨੇ ਉਹੀ ਇੱਕ ਸੱਚੇ ਆਰਾਧਕ ਨੇ। Hallelujah. ਹਾਲੇਲੂਇਆ। Today my message is zeal for God. ਅੱਜ ਦਾ ਜਿਹੜਾ ਮੇਰਾ ਸੰਦੇਸ਼ ਹੈ ਉਹ ਹੈ ਪਰਮੇਸ਼ਰ ਦਾ ਉਤਸ਼ਾਹ। ਪਰਮੇਸ਼ਰ ਦਾ ਜੋਸ਼ ਜਾਂ ਪਰਮੇਸ਼ਰ ਦੇ ਲਈ ਜੋਸ਼। Zeal for God. ਪਰਮੇਸ਼ਰ ਦੇ ਲਈ ਉਤਸ਼ਾਹਿਤ ਹੋਣਾ ਜਾਂ ਜੋਸ਼ ਨਾਲ ਭਰਿਆ ਹੋਣਾ। And enthusiasm to do for God. ਪਰਮੇਸ਼ਰ ਦੇ ਲਈ ਜੋਸ਼ ਵਿੱਚ ਚੱਲਣਾ ਜਾਂ ਜੋਸ਼ ਦੇ ਨਾਲ ਭਰਨਾ। There must be fire inside for the God. ਇਹ ਜ਼ਰੂਰ ਪਰਮੇਸ਼ਰ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਸ ਜੋਸ਼ ਨੂੰ ਭਰਨਾ ਚਾਹੁੰਦਾ, ਉਸ ਅੱਗ ਨੂੰ ਭਰਨਾ ਚਾਹੁੰਦਾ ਹੈ। The fire in your heart must be for God. ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਲਈ ਤੁਹਾਡੇ ਦਿਲ ਦੇ ਵਿੱਚ ਜੋਸ਼ ਦਾ ਹੋਣਾ, ਅੱਗ ਦਾ ਹੋਣਾ ਬਹੁਤ ਜ਼ਰੂਰੀ ਹੈ। That fire must keep burning for God. ਉਹ ਅੱਗ ਜਿਹੜੀ ਹੈ ਪਰਮੇਸ਼ਰ ਦੇ ਲਈ ਜਲਦੀ ਹੈ। Hallelujah. Hallelujah. You must burn the fire. ਜ਼ਰੂਰ ਹੈ ਕਿ ਤੁਸੀਂ ਪਰਮੇਸ਼ਰ ਦੀ ਅੱਗ ਦੇ ਨਾਲ ਭਰ ਜਾਓ। Hallelujah. Hallelujah. That is the real Christian. ਇਹੀ ਹੈ ਇੱਕ ਅਸਲੀ ਮਸੀਹੀ ਹੋਣਾ। If we come in church ਜਦੋਂ ਅਸੀਂ ਚਰਚ ਵਿੱਚ ਆਉਂਦੇ ਹਾਂ to hear the worship ਪਰਮੇਸ਼ਰ ਦੀ ਆਰਾਧਨਾ ਦੇ ਲਈ ਜਾਂ ਸੁਣਨ ਦੇ ਲਈ, or to enjoy the instruments, ਔਰ ਅਸੀਂ ਸਾਜ਼ਾਂ ਨੂੰ ਸੁਣਦੇ ਹਾਂ, ਉਹਨੂੰ ਇੰਜੋਏ ਕਰਦੇ ਲਈ ਆਉਂਦੇ ਹਾਂ, or to just come for just as a formality, ਇਹ ਇੱਕ ਸਿਰਫ ਸਾਡੇ ਲਈ ਇੱਕ ਫਾਰਮੈਲਿਟੀ ਦੀ ਤਰ੍ਹਾਂ ਹੈ। ਅਸੀਂ ਆਉਂਦੇ ਹਾਂ, if ਦੇਖਦੇ we ਹਾਂ। come with such a mentality, सोचते हैं जितना से सोचते हैं, if we come with such a mentality, अगर अपन ये सोचते हैं, अगर ਅਸੀਂ ਇਸ ਤਰ੍ਹਾਂ ਦੀ ਸੋਚਦੇ ਨਾਲ ਆਉਂਦੇ ਹਾਂ, then no need to come church. ਇਹ ਤਾਂ ਅੱਛਾ ਕਿ ਅਸੀਂ ਚਰਚ ਵਿੱਚ ਨਾ ਆਈਏ। Hallelujah. Because God looks your heart. ਕਿਉਂਕਿ ਪਰਮੇਸ਼ਰ ਜਿਹੜਾ ਇਨਸਾਨ ਦੇ ਦਿਲ ਨੂੰ ਦੇਖਦਾ ਹੈ। He doesn't want look your outer appearance. ਪਰਮੇਸ਼ਰ ਜਿਹੜਾ ਹੈ ਸਾਡੇ ਬਾਹਰਲੀ ਸਿਰ ਨਹੀਂ ਪਰ ਉਹ ਦਿਲ ਨੂੰ ਦੇਖਦਾ ਹੈ। Hallelujah. Hallelujah. Bible says God looks the heart of man. ਬਾਈਬਲ ਦੱਸਦੀ ਹੈ ਪਰਮੇਸ਼ਰ ਜਿਹੜਾ ਹੈ ਇਨਸਾਨ ਦੇ ਮਨ ਨੂੰ ਦੇਖਦਾ ਹੈ। If your heart is open for God, ਅਗਰ ਤੁਹਾਡਾ ਦਿਲ ਪਰਮੇਸ਼ਰ ਦੇ ਲਈ ਖੁੱਲ ਚੁੱਕਾ ਹੈ, to do something for God, ਅਗਰ ਤੁਸੀਂ ਪ੍ਰਭੂ ਦੇ ਲਈ ਕੁਝ ਕਰਦੇ ਹੋ, then surely in the coming days He will bless you. ਪੱਕਾ ਹੈ ਕਿ ਅਗਲੇ ਦਿਨਾਂ 'ਚ ਖੁਦਾ ਤੁਹਾਨੂੰ ਆਸ਼ੀਸ਼ਿਤ ਕਰੇਗਾ। Hallelujah. ਹਾਲੇਲੂਇਆ। The fire must burning in you. ਬਹੁਤ ਜ਼ਰੂਰੀ ਹੈ ਕਿ ਉਹ ਅੱਗ ਤੁਹਾਡੇ ਅੰਦਰ ਜਲੇ। Hallelujah. ਹਾਲੇਲੂਇਆ। That fire, I'm not telling about the fire of the Holy Spirit. ਮੈਂ ਪਵਿੱਤਰ ਆਤਮਾ ਦੀ ਅੱਗ ਦੇ ਬਾਰੇ ਗੱਲ ਨਹੀਂ ਕਰ ਰਿਹਾ। There is another fire. ਇੱਕ ਹੋਰ ਤਰ੍ਹਾਂ ਦੀ ਅੱਗ ਦੇ ਬਾਰੇ ਗੱਲ That ਕਰ is an enthusiasm. Josh. ਰਿਹਾ। ਮੈਂ ਇੱਕ ਜੋਸ਼ ਦੀ ਗੱਲ ਕਰ ਰਿਹਾ ਜੋ ਪ੍ਰਭੂ ਦੇ ਲਈ ਤੁਹਾਡੇ ਅੰਦਰ ਹੋਣਾ ਬੜਾ ਜ਼ਰੂਰੀ To ਹੈ। do something for God. ਕਿ ਤੁਸੀਂ ਪ੍ਰਭੂ ਦੇ ਲਈ ਕੁਝ ਕਰੋ। To take step, to take decision for God. ਤਾਂ ਕਿ ਤੁਸੀਂ ਜੋ ਕੁਝ ਵੀ ਸਟੈਪ ਚੁੱਕੋ ਪ੍ਰਭੂ ਦੇ ਲਈ ਕੁਝ ਕਰ ਸਕੋ। Hallelujah. Hallelujah. Before the message, ਇਸ ਤੋਂ ਪਹਿਲਾਂ ਕਿ ਅਸੀਂ ਵਚਨ ਦੇ ਵਿੱਚ ਜਾਈਏ, I was praying ਮੈਂ ਪ੍ਰਾਰਥਨਾ ਕਰ ਰਿਹਾ ਸੀ and I sensed in my spirit ਔਰ ਮੈਂ ਆਪਣੇ ਆਤਮਾ ਵਿੱਚ ਦੇਖਿਆ
those who are under this control, those who are in the control of this Satan, ਜਿਹੜੇ ਸ਼ੈਤਾਨ ਦੇ ਕੰਟਰੋਲ ਦੇ ਵਿੱਚ ਲੋਕ ਨੇ they will not come today. ਉਹ ਚਰਚ ਨਹੀਂ ਆਉਂਦੇ। Hallelujah. I felt in my spirit. I'm telling seriously. I'm in the presence of God. ਮੈਂ ਆਤਮਾ ਵਿੱਚ ਇਸ ਗੱਲ ਨੂੰ ਮਹਿਸੂਸ ਕੀਤਾ, ਮੈਂ ਪ੍ਰਭੂ ਦੀ ਜ਼ਿੰਦਗੀ ਤੋਂ ਦੱਸ ਰਿਹਾ ਹਾਂ। But those who are listening, ਪਰ ਜਿਹੜੇ ਸੁਣਦੇ ਨੇ, I believe that fire will burn in your life today. ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਦੀ ਅੱਗ ਉਹਨਾਂ ਦੇ ਅੰਦਰ ਬਲੇਗੀ। And you will be able to do something for God. ਤਾਂ ਤੁਸੀਂ ਪ੍ਰਭੂ ਦੇ ਲਈ ਕੁਝ ਕਰਨ ਵਾਲੇ ਬਣ ਜਾਓਗੇ। God, doesn't want any 100% or anyone. God doesn't want any. God doesn't want His people. God doesn't want His people. ਲੋਕਾਂ ਦੀ ਲੋੜ ਨਹੀਂ। ਪਰਮੇਸ਼ਰ ਨੂੰ ਸਿਰਫ ਲੋਕਾਂ ਦੀ ਲੋੜ ਨਹੀਂ ਹੈ। He needs only one man. ਉਹਨੂੰ ਸਿਰਫ ਇੱਕ ਇਨਸਾਨ ਦੀ ਲੋੜ ਹੈ whose heart is open for God. ਜਿਹਦਾ ਦਿਲ ਪ੍ਰਭੂ ਦੇ ਲਈ ਖੁੱਲਿਆ ਹੋਇਆ ਹੈ। Who has a zeal for God. ਜਿਹਦੇ ਅੰਦਰ ਪਰਮੇਸ਼ਰ ਲਈ ਜੋਸ਼ ਹੈ। Hallelujah. Hallelujah. By prayer you cannot connected with God. ਬਿਨਾਂ ਪ੍ਰਾਰਥਨਾ ਦੇ ਤੁਸੀਂ ਪ੍ਰਭੂ ਦੇ ਨਾਲ ਸੰਪਰਕ ਵਿੱਚ ਨਹੀਂ ਆ ਸਕਦੇ। So without prayer you can also join with God. ਬਿਨਾਂ ਪ੍ਰਾਰਥਨਾ ਤੋਂ ਵੀ ਖੁਦਾ ਨੂੰ ਤੁਸੀਂ ਜੁਆਇਨ ਕਰਦੇ ਹੋ। Hallelujah. Without fasting you can have the relationship with God. ਤੁਸੀਂ ਬਿਨਾਂ ਉਪਵਾਸ ਦੇ ਵੀ ਖੁਦਾ ਦੀ ਜ਼ਿੰਦਗੀ ਵਿੱਚ ਚੱਲਦੇ ਹੋ। How? ਕਿਸ ਤਰ੍ਹਾਂ? Just turn the Bible. ਅਗਰ ਅਸੀਂ ਪ੍ਰਭੂ ਦੇ ਵਚਨ ਤੋਂ ਦੇਖਦੇ ਹਾਂ Daniel chapter 1 verse 8. ਡੈਨੀਅਲ ਦੀ ਕਿਤਾਬ 1 ਅਧਿਆਇ ਦੇ 8 ਵਚਨ ਪੜਾਂਗੇ। परंतु दानियेल ने अपने मन में ठान लिया कि वह राजा का भोजन खाकर और उसके पीने का दाख मधु पीकर आप पवित्र न होए, इसलिए उसने भोजों के प्रधान से विनती की कि उसे आप पवित्र न होना पड़े। दोबारा पढ़ो। परंतु दानियेल ने अपने मन में ठान लिया कि वह राजा का भोजन खाकर और उसके पीने का दाख मधु पीकर आप पवित्र ना हुए, इसीलिए उसने खोजों के प्रधान से विनती की कि उसे आप पवित्र ना होना पड़े। Hallelujah. 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 Have you heard that scripture? कि ਤੁਸੀਂ ਇਸ ਵਚਨ ਨੂੰ ਸੁਣਿਆ? Have you heard that scripture? ਕਿੰਨੇ ਜਣੇ ਇਸ ਵਚਨ ਨੂੰ ਸੁਣਿਆ? What does it mean by? ਕੀ ਮਤਲਬ ਹੈ ਇਸ ਦਾ? Here we can see in the life of Daniel a zeal for God. ਅਸੀਂ ਦੇਖਦੇ ਹਾਂ ਡੈਨੀਅਲ ਦੀ ਜ਼ਿੰਦਗੀ 'ਚ ਪ੍ਰਭੂ ਦੇ ਲਈ ਇੱਕ ਜੋਸ਼ ਸੀ। Hallelujah. ਹਾਲੇਲੂਇਆ। There were a lot of Israelites were with Daniel. ਉਸ ਸਮੇਂ ਬਹੁਤ ਸਾਰੇ ਇਸرائیਲੀ ਡੈਨੀਅਲ ਦੇ ਨਾਲ ਸੀ। But Bible says Daniel took this season for God. ਪਰ ਬਾਈਬਲ 'ਚ ਲਿਖਿਆ ਡੈਨੀਅਲ ਜਿਹੜਾ ਸੀ ਪ੍ਰਭੂ ਦੇ ਲਈ ਇੱਕ ਡਿਸੀਜਨ ਲੈਣ ਵਾਲਾ ਇਨਸਾਨ ਸੀ, ਫੈਸਲਾ ਲੈਣ ਵਾਲਾ। Bible says he had zeal for God. ਬਾਈਬਲ ਦੱਸਦੀ ਉਹਦੇ ਅੰਦਰ ਪਰਮੇਸ਼ਰ ਦੇ ਲਈ ਜੋਸ਼ ਭਰਿਆ ਹੋਇਆ ਸੀ। There was a fire burning inside of his heart for God. ਉਹਦੇ ਦਿਲ ਦੇ ਵਿੱਚ ਪ੍ਰਭੂ ਦੇ ਲਈ ਇੱਕ ਅੱਗ ਬਲ ਰਹੀ ਸੀ। Hallelujah. Hallelujah. So he refused, he avoided the wicked food. ਇਸ ਲਈ ਉਸਨੇ ਉਸ ਭੋਜਨ ਨੂੰ ਤਿਆਗ ਦਿੱਤਾ। He avoided the wicked food. ਇਸ ਲਈ ਡੈਨੀਅਲ ਨੇ ਜਿਹੜਾ ਉਸ ਭੋਜਨ ਨੂੰ ਜੋ ਦਿੱਤਾ ਜਾ ਰਿਹਾ ਸੀ ਤਿਆਗ ਦਿੱਤਾ। Hallelujah. And Bible says, ਬਾਈਬਲ ਦੱਸਦੀ ਹੈ when we read the book of Daniel chapter 1 verse 12 13, ਜਦੋਂ ਅਸੀਂ ਡੈਨੀਅਲ ਦੀ ਕਿਤਾਬ 1 ਅਧਿਆਇ 12 13 14 ਨੂੰ ਪੜ੍ਹਦੇ ਹਾਂ, मैं तुझसे विनती करता हूँ कि अपने लिए साग पत्र और पीने के लिए पानी ही दिया जाए, फिर 10 दिन के बाद हमारे मुंह और जो जवान राजा के भोजन खाते हैं उनके मुंह को देख, और जैसा तुझे देख पड़े उसी के अनुसार अपने दासों से व्यवहार करना। See, there was a terrible situation before Daniel. उस जगह पे बहुत डरावनी कंडीशन उस जगह पे है। If Daniel avoid that food, डैनियल जिन्हों उस भोजन को मना कर रहा है, then he would have killed by someone else. वो मरवाया भी जा सकते थे उस फैसले करके। But Bible says Daniel took this season for God. पर बाइबल दस दिया डैनियल ने उस गल का फैसला लिया। He said, I will not eat this food. उन्हें आख्या मैं इस भोजन को नहीं खाऊंगा, because my God doesn't allow. क्योंकि मेरा परमेश्वर मेनू अलाउ नहीं कर रहा, मेनू दस नहीं रहा कि मैं इसको खावां। And he took decision. उन्हें एक फैसला लिया। He didn't pray here. उन्हें प्रार्थना नहीं की। He didn't take fast.
ਉਹਨੇ ਕੋਈ ਉਪਵਾਸ ਨਹੀਂ ਕੀਤਾ, He didn't do anything. ਉਹਨੇ ਕੁਝ ਨਹੀਂ ਕੀਤਾ, Just he followed the word of God. ਪਰ ਉਹਨੇ ਪਰਮੇਸ਼ਰ ਦੇ ਵਚਨ ਦੀ ਆਗਿਆ ਪਾਲਣ ਕੀਤਾ। Just he walked in the instructions of God. ਉਹਨੇ ਉਹ ਕੀਤਾ ਜੋ ਖੁਦਾ ਦਾ ਆਤਮਾ ਨੂੰ ਕਹਿ ਰਿਹਾ ਸੀ। Hallelujah. Hallelujah. Because he knew what God says to us. ਕਿਉਂਕਿ ਉਹ ਜਾਣਦਾ ਸੀ ਪ੍ਰਭੂ ਨੂੰ ਕੀ ਕਹਿਣਾ ਚਾਹੁੰਦਾ ਹੈ। He did not afraid from any man. He did not afraid from anyone. ਉਹ ਕਿਸੇ ਦੇ ਕੋਲ ਡਰਿਆ ਨਹੀਂ, Hallelujah. Hallelujah. But he avoided all the wicked fruit. ਪਰ ਉਹਨੇ ਉਸ ਜਗ੍ਹਾ ਤੇ ਹਰ ਉਸ ਪ੍ਰਕਾਰ ਦੇ ਖਾਣੇ ਨੂੰ ਮਨਾ ਕਰ ਦਿੱਤਾ। Hallelujah. Hallelujah. When situations comes in our life, ਜਦੋਂ ਹਾਲਾਤ ਸਾਡੀ ਜ਼ਿੰਦਗੀ ਚ ਹੁੰਦੇ ਨੇ, there are plentiful people. ਬਹੁਤ ਸਾਰੇ ਲੋਕ ਉਸ ਜਗ੍ਹਾ ਤੇ, When the circumstances comes in their life, ਜਦੋਂ ਬਹੁਤ ਸਾਰੀ ਮੁਸ਼ਕਲਾਂ ਤੇ ਬੁਰੇ ਹਾਲਾਤ ਸਾਡੀ ਜ਼ਿੰਦਗੀ ਚ ਆਉਂਦੇ ਨੇ, they will turn from God. ਉਹ ਸਾਨੂੰ ਪ੍ਰਭੂ ਤੋਂ ਮੋੜਨਾ ਚਾਹੁੰਦੇ ਨੇ। They will turn more than them. ਉਹ ਪ੍ਰਭੂ ਤੋਂ ਮੁੜ ਜਾਂਦੇ ਨੇ। And they do what they think they wants to do. ਉਹ ਕਰਦੇ ਨੇ ਕੁਝ ਉਹ ਕਰਦੇ ਨੇ ਜੋ ਕੁਝ ਉਹਨਾਂ ਨੂੰ ਅੱਛਾ ਲੱਗਦਾ ਹੈ, ਜੋ ਕੁਝ ਉਹ ਸੋਚਦੇ ਨੇ। If situations comes in your life today, ਅਗਰ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਪ੍ਰਕਾਰ ਦੇ ਹਾਲਾਤ ਆਏ ਨੇ, what will you do? Will you follow the word of God or will you obey Satan? ਤੁਸੀਂ ਕੀ ਕਰੋਗੇ? ਉਸ ਸਮੇਂ ਪ੍ਰਭੂ ਦੇ ਆਗਿਆ ਨੂੰ ਪਾਲਨ ਕਰੋਗੇ ਜਾਂ ਸ਼ੈਤਾਨ ਦੀ ਆਗਿਆ ਨੂੰ ਪਾਲਨ ਕਰੋਗੇ? The word of God saying don't go there. The word of God saying don't go there. ਪਰਮੇਸ਼ਰ ਦਾ ਵਚਨ ਕਹਿੰਦਾ ਉਸ ਜਗ੍ਹਾ ਤੇ ਨਹੀਂ ਜਾਣਾ। Will you go there or not? ਤੁਸੀਂ ਉਸ ਜਗ੍ਹਾ ਤੇ ਜਾਓਗੇ ਜਾਂ ਨਹੀਂ ਜਾਓਗੇ? This decision is up to you. ਇਹ ਫੈਸਲਾ ਤੁਹਾਡਾ ਆਪਣਾ ਫੈਸਲਾ ਹੈ। There are so many people, ਇਸ ਜਗ੍ਹਾ ਤੇ ਬਹੁਤ ਸਾਰੇ ਲੋਕ ਨੇ, when the problem come in their life, ਜਦੋਂ ਸਮੱਸਿਆ ਉਹਨਾਂ ਦੀ ਜ਼ਿੰਦਗੀ ਚ ਹੁੰਦੀ ਹੈ, they will leave church. ਉਹ ਚਰਚ ਨੂੰ ਛੱਡ ਦਿੰਦੇ ਨੇ। The church is not matter, ਚਰਚ ਕੋਈ ਮੈਟਰ ਨਹੀਂ ਕਰਦਾ, but the matter is how you follow the word of ਪਰ God. ਗੱਲ ਇਹ ਹੈ ਕਿ ਤੁਸੀਂ ਖੁਦਾ ਦੇ ਵਚਨ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ। The same Jesus is here, ਉਹ ਸੇਮ ਗੱਲ ਇਸ ਜਗ੍ਹਾ ਤੇ ਹੈ। and the same Jesus is here, ਯਿਸੂ ਮਸੀਹ ਉਹੀ ਯਿਸੂ ਮਸੀਹ ਇਸ ਜਗ੍ਹਾ ਤੇ ਹੈ, and the same Jesus is in other churches. ਔਰ ਉਹੀ ਯਿਸੂ ਦੂਸਰੇ ਜਗ੍ਹਾ ਵਿੱਚ ਹੈ, But he sees you. ਪਰ ਉਹ ਤੁਹਾਨੂੰ ਦੇਖਦਾ ਹੈ, He tests you. ਉਹ ਤੁਹਾਨੂੰ ਚੈੱਕ ਕਰਦਾ ਹੈ। Will you afraid from any situation or not? ਤੁਸੀਂ ਕਿਸੇ ਬੁਰੇ ਹਾਲਾਤ ਤੋਂ ਡਰਦੇ ਹੋ ਜਾਂ ਨਹੀਂ ਡਰਦੇ? Hallelujah. ਹਾਲੇਲੂਇਆ। If today God doesn't hear our prayer, ਅਗਰ ਇਸ ਜਗ੍ਹਾ ਤੇ ਪ੍ਰਭੂ ਸਾਡੀ ਪ੍ਰਾਰਥਨਾ ਨਹੀਂ ਸੁਣਦਾ, then we will go to another one. ਤਾਂ ਅਸੀਂ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਹਾਂ। That doesn't matter. ਉਸ ਗੱਲ ਦਾ ਕੋਈ ਮਤਲਬ ਨਹੀਂ The ਹੈ। matter is how you obey the word of God. ਪਰ ਗੱਲ ਇਹ ਹੈ ਕਿ ਤੁਸੀਂ ਪ੍ਰਭੂ ਦੇ ਵਚਨ ਦੀ ਆਗਿਆ ਪਾਲਨ ਕਰਦੇ ਹੋ ਜਾਂ ਨਹੀਂ ਕਰਦੇ। Hallelujah. ਹਾਲੇਲੂਇਆ। If the Spirit of God says to you, just keep on praying and I will give you reward, what will you do? ਪ੍ਰਭੂ ਦਾ ਆਤਮਾ ਸਾਨੂੰ ਕਹਿੰਦਾ ਤੂੰ ਪ੍ਰਾਰਥਨਾ ਕਰ ਔਰ ਮੈਂ ਤੈਨੂੰ ਉੱਤਰ ਦਵਾਂਗਾ, ਤੁਸੀਂ ਕੀ ਕਰੋਗੇ? ਫਿਰ ਤੁਸੀਂ ਕੀ ਕਰੋਗੇ? Hallelujah. ਹਾਲੇਲੂਇਆ। Sometimes God doesn't want to heal you. ਕਈ ਵਾਰ ਖੁਦਾ ਤੁਹਾਨੂੰ ਚੰਗਾ ਨਹੀਂ ਕਰਦਾ। Sometimes God doesn't want to hear your prayers. ਕਈ ਵਾਰ ਖੁਦਾ ਤੁਹਾਡੀ ਪ੍ਰਾਰਥਨਾ ਨੂੰ ਨਹੀਂ ਸੁਣਦਾ ਜਾਂ ਨਹੀਂ ਸੁਣਨਾ ਚਾਹੁੰਦਾ। Don't think he hates you, ਇਹ ਨਾ ਸੋਚੇ ਕਿ ਤੁਹਾਨੂੰ ਪਿਆਰ ਨਹੀਂ ਕਰਦਾ, but he is planning something extraordinary. ਉਹ ਕੁਝ ਵੱਡਾ ਪਲਾਨ ਕਰ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ। Hallelujah. Hallelujah. If your answers are not coming, ਅਗਰ ਤੁਹਾਡਾ ਉੱਤਰ ਨਹੀਂ ਆ ਰਿਹਾ, if your Samuel is not coming, ਅਗਰ ਤੁਹਾਡਾ ਉੱਤਰ ਨਹੀਂ ਆ ਰਿਹਾ, if your Samuel is not coming, ਅਗਰ ਤੁਹਾਡਾ ਸੈਮੂਅਲ ਨਹੀਂ ਆ ਰਿਹਾ, then Moses will come. ਤਾਂ ਮੂਸਾ ਜ਼ਰੂਰ ਆਵੇਗਾ। Hallelujah. Hallelujah. Elia will come. ਏਲੀਆ ਜ਼ਰੂਰ ਆਵੇਗਾ। More than Moses will come. ਬਹੁਤ ਸਾਰੇ ਮੂਸਾ ਜਗ੍ਹਾ ਤੇ ਆ ਜਾਣਗੇ। Hallelujah. Hallelujah. If your prayer is bringing not answering, ਅਗਰ ਤੁਹਾਡੀ ਪ੍ਰਾਰਥਨਾ ਉੱਤਰ ਨੂੰ ਨਹੀਂ ਲੈ ਕੇ ਆ ਰਹੀ, don't be afraid. ਤਾਂ ਡਰੀਏ ਨਹੀਂ। Don't leave God. ਪਰਮੇਸ਼ਰ ਨੂੰ ਨਾ ਛੱਡੀਏ, Don't leave to obey the word of God. ਔਰ ਪ੍ਰਭੂ ਦੇ ਵਚਨ ਦੀ ਆਗਿਆ ਪਾਲਨ ਕਰਨਾ ਨਾ ਛੱਡੀਏ। Hallelujah. Hallelujah. But just follow the word of God. ਪਰ ਪ੍ਰਭੂ ਦੇ ਵਚਨ ਤੇ ਧਿਆਨ ਦੇਈਏ। You have to blindly follow the word of God. ਤੁਸੀਂ ਇੱਕ ਅੰਨੇ ਦੀ ਤਰ੍ਹਾਂ ਪ੍ਰਭੂ ਨੂੰ ਫੋਲੋ ਕਰਦੇ ਰਹੋ। Hallelujah. Hallelujah. Wherever the Spirit of God says to you to move there, you just move there. ਤਾਂ ਪ੍ਰਭੂ ਦਾ ਆਤਮਾ ਤੁਹਾਨੂੰ ਜੋ ਕੁਝ ਕਰਨ ਲਈ ਕਹੇਗਾ ਉਹ ਕਰਨਾ। Hallelujah. ਹਾਲੇਲੂਇਆ। This is the main structure to how to prosper. ਇੱਕ ਤਰੀਕਾ ਹੈ ਕਿਸ ਤਰ੍ਹਾਂ ਅਸੀਂ ਆਸ਼ੀਸ਼ਿਤ ਹੋ ਸਕਦੇ ਹਾਂ। How to get an answer from God. ਕਿਸ ਤਰ੍ਹਾਂ ਅਸੀਂ ਪ੍ਰਭੂ ਦੇ ਕੋਲ ਆਪਣੀ ਪ੍ਰਾਰਥਨਾ ਦੇ ਉੱਤਰ ਨੂੰ ਲੈ ਸਕਦੇ ਹਾਂ। We think if we pray, ਅਸੀਂ ਸੋਚਦੇ ਹਾਂ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ, if we take fast, ਅਸੀਂ ਉਪਵਾਸ ਕਰਦੇ ਹਾਂ, then God will answer. ਤਾਂ ਪ੍ਰਭੂ ਸਾਨੂੰ ਉੱਤਰ ਦੇਵੇਗਾ। This is not the fact. ਇਹਦਾ ਇਹ ਮਤਲਬ ਨਹੀਂ ਹੈ। Just do one thing. ਇੱਕ ਕੰਮ ਕਰਨਾ ਸ਼ੁਰੂ ਕਰੀਏ। You must follow the word of God. ਔਰ ਪ੍ਰਭੂ ਦੇ ਵਚਨ ਨੂੰ ਮੰਨਣਾ ਸ਼ੁਰੂ ਕਰੀਏ, ਉਹਦੇ ਪਿੱਛੇ ਚੱਲਣਾ ਸ਼ੁਰੂ ਕਰੀਏ। And in any situation, just follow the word of God. ਕਿਸੇ ਵੀ ਹਾਲਾਤ ਵਿੱਚ
खुदा ਦੇ ਵਚਨ ਦਾ ਪਿੱਛਾ ਕਰਦੇ ਰਹੀਏ, ਮੰਨਦੇ ਰਹੀਏ। The zeal must be in you. ਤੁਹਾਡੇ ਅੰਦਰ ਪ੍ਰਭੂ ਦੇ ਲਈ ਜੋਸ਼ ਹੋਣਾ ਬਹੁਤ ਜ਼ਰੂਰੀ ਹੈ। The fire of God must be in you. ਪਰਮੇਸ਼ਰ ਦੀ ਅੱਗ ਹੋਣਾ ਤੁਹਾਡੇ ਅੰਦਰ ਬਹੁਤ ਜ਼ਰੂਰੀ ਹੈ। See, Bible says ਬਾਈਬਲ ਦੱਸਦੀ ਹੈ Daniel took decision. ਡੈਨੀਅਲ ਨੇ ਇੱਕ ਫੈਸਲਾ ਲਿਆ। And when we begin to read the book of Daniel chapter 1 verse 14. ਜਦੋਂ ਅਸੀਂ ਡੈਨੀਅਲ ਦੀ ਕਿਤਾਬ ਇੱਕ ਆਏ, He did not pray to get wisdom from God. ਉਸਨੇ ਪ੍ਰਭੂ ਦੇ ਕੋਲੋਂ ਬੁੱਧੀ ਪ੍ਰਾਪਤ ਕਰਨ ਲਈ ਪ੍ਰਾਰਥਨਾ ਨਹੀਂ He ਕੀਤੀ। did not pray to reveal the mysteries, the gift to reveal the mysteries. ਡੈਨੀਅਲ ਨੇ ਪ੍ਰਾਰਥਨਾ ਨਹੀਂ ਕੀਤੀ ਕਿ ਪ੍ਰਭੂ ਮੇਰੇ ਉੱਤੇ ਭੇਦਾਂ ਨੂੰ ਪ੍ਰਗਟ ਕਰ ਦੇ, Just blindly follow the word of God. ਪਰ ਉਹਨੇ ਇੱਕ ਅੰਨੇ ਦੀ ਤਰ੍ਹਾਂ ਪ੍ਰਭੂ ਨੂੰ ਦੇਖਦਾ ਰਿਹਾ, ਤਾਕਤ ਰਿਹਾ, ਉਹਦੇ ਉੱਪਰ ਵਿਸ਼ਵਾਸ ਕਰਦਾ And with ਰਿਹਾ। the reward, ਔਰ ਉਸ ਤੋਂ ਬਾਅਦ God blessed him. Pardon. परमेश्वर ने आशीषित किया। उनकी यह विनती उसने मान ली और उस दिन तक उनको जांचता रहा। 10 दिन के बाद उनके मुंह राजा के भोजन के खाने वाले सब जवानों से अधिक सारा। परमेश्वर ने उन चारों जवानों को सब शास्त्रों और सब प्रकार की विद्याओं से बुद्धिमानी और प्रवीणता दी और डैनियल सब प्रकार के दर्शन और स्वप्न के अर्थ का ज्ञानी हो गया। See, just listen. Don't look to your Bible. Just listen. बाइबल वाला देखिए, इधर बड़े ध्यान से सुनिए। Did Daniel pray to get wisdom? डैनियल ने कोई प्रार्थना की थी खुदा दे कोलों बुद्धि प्राप्त करने के लिए? Did he pray? उन्हें प्रार्थना की थी? Tell me. Did he pray? दसिए। हाँ या ना? हाँ या ना बोलिए। डैनियल ने प्रभु दे कोलों प्रार्थना की थी, प्रभु मुझे बुद्धि दे। No. Did he take fast? उन्हें कोई उपवास किया कि प्रभु मुझे पेदों को सुनने की बुद्धि दे? No. What he did? उन्हें क्या किया? He just followed the word of God. बस उन्हें प्रभु दे आज्ञा पालन किया, उन्हें वचन के पीछे चले। He had an enthusiasm for God. जोश से। उन्हें अंदर परमेश्वर के लिए जोश पड़ा हुआ सी। Hallelujah. Hallelujah. Do something for God. प्रभु दे लिए कुछ किया उन्हें। There was a talent in him. वो यही उन्हें कुल सब तो बड़ा जिला सी टैलेंट सी गिफ्ट सी। Hallelujah. Hallelujah. To follow the word of God. परमेश्वर के वचन के पीछे चलना। There are a lot of talents in you today. आज बहुत सारे गिफ्ट, बहुत सारे गलत ਤੁਹਾਡੇ ਅੰਦਰ ਵੀ ਹੈ। There are you can have the lot of talents in you. ਤੁਹਾਡੇ ਅੰਦਰ ਬਹੁਤ ਸਾਰੇ ਟੈਲੈਂਟ ਨੇ, ਬਹੁਤ ਸਾਰੇ ਗਿਫਟ ਨੇ ਤੁਹਾਡੇ ਅੰਦਰ ਵੀ। Whether you see it or not, but I can see it. ਪਰ ਤੁਸੀਂ ਉਹਨੂੰ ਦੇਖੋ ਜਾਂ ਨਾ ਦੇਖੋ, ਤੁਸੀਂ ਉਹਨੂੰ ਸਮਝੋ ਨਾ ਸਮਝੋ, ਪਰ ਮੈਂ ਉਸ ਨੂੰ ਸਮਝਦਾ ਹਾਂ। Hallelujah. There are a lot of talents in you ਤੁਹਾਡੇ ਅੰਦਰ ਬਹੁਤ ਸਾਰੇ ਗੁਣ ਨੇ ਜੋ ਪ੍ਰਭੂ ਨੇ ਤੁਹਾਡੇ ਅੰਦਰ ਰੱਖੇ ਨੇ। to do something for God, ਤੁਸੀਂ ਖੁਦਾ ਲਈ ਕੁਝ ਕਰ ਸਕੋ। to have zeal for God, ਤੁਹਾਡੇ ਅੰਦਰ ਪ੍ਰਭੂ ਦੇ ਲਈ ਜੋਸ਼ ਹੈ। to have an enthusiasm for God. ਤੁਹਾਡੇ ਅੰਦਰ ਪਰਮੇਸ਼ਰ ਲਈ ਜੋਸ਼ ਭਰਿਆ ਹੋਇਆ ਹੈ। Hallelujah. ਹਾਲੇਲੂਇਆ। That talent may be the worship. हो सकता है इससे इसकी आराधना करते हैं। That talent may be the worship. हो सकता है वो जो गुण है ਤੁਹਾਡੇ ਅੰਦਰ ਇੱਕ ਆਰਾਧਨਾ ਦਾ ਗੁਣ ਹੈ। In any area, you have to just find out that talent. ਕਿਸੇ ਵੀ ਤਰੀਕੇ ਨਾਲ ਤੁਸੀਂ ਉਸ ਗੁਣ ਨੂੰ ਲੱਭਣ ਦੀ ਕੋਸ਼ਿਸ਼ ਕਰੋ। Hallelujah. Hallelujah. Through that talent, you will bless. ਉਸ ਗੁਣ ਦੇ ਦੁਆਰਾ ਜੋ ਪ੍ਰਭੂ ਨੇ ਤੁਹਾਡੇ ਅੰਦਰ ਦਿੱਤਾ ਹੈ, ਉਹਦੇ ਦੁਆਰਾ ਤੁਸੀਂ ਆਸ਼ੀਸ਼ਿਤ ਹੋ ਜਾਓਗੇ। Hallelujah. Hallelujah. Find out today. You have to search yourself. ਅੱਜ ਵਿਚਾਰੀ ਔਰ ਲੱਭੀ ਕਿਹੜਾ ਗੁਣ ਪ੍ਰਭੂ ਨੇ ਤੁਹਾਡੇ ਅੰਦਰ ਰੱਖਿਆ ਹੈ। Hallelujah. ਹਾਲੇਲੂਇਆ। You have to find that. ਤੁਹਾਨੂੰ ਲੱਭਣ ਦੀ ਜ਼ਰੂਰਤ ਹੈ। Some people have grace to do charity. ਕਈਆਂ ਦੇ ਅੰਦਰ ਖੁਦਾ ਦੀ ਦਇਆ ਹੈ ਕਿ ਉਹ ਲੋਕਾਂ ਦੀ ਮਦਦ ਕਰ ਸਕਣ। This is the talent of God. ਇਹ ਵੀ ਇੱਕ ਗੁਣ ਹੈ ਖੁਦਾ ਵੱਲੋਂ। Some people have talent to do work for the church. ਕਈਆਂ ਲੋਕਾਂ ਦੇ ਅੰਦਰ ਪ੍ਰਭੂ ਨੇ ਗੁਣ ਰੱਖਿਆ ਹੈ, ਗਿਫਟ ਰੱਖਿਆ ਹੈ ਕਿ ਉਹ ਚਰਚ ਲਈ ਕੁਝ ਕਰ ਸਕਣ। This is the talent of God. ਇਹ ਵੀ ਇੱਕ ਗੁਣ ਹੈ ਖੁਦਾ ਦੇ ਵੱਲੋਂ। Some people have the talent to clean the church. ਕਈਆਂ ਅੰਦਰ ਗੁਣ ਹੈ, ਕਈਆਂ ਅੰਦਰ ਬੁਲਾਹਟ ਹੈ ਕਿ ਉਹ ਚਰਚ ਦੀ ਸਫਾਈ ਕਰਨ। This is the talent of God. ਇਹ ਵੀ ਖੁਦਾ ਦੀ ਇੱਕ ਸੇਵਾ ਹੈ। It is from God. ਇੱਕ ਪਰਮੇਸ਼ਰ ਦੇ ਵੱਲੋਂ ਹੈ। And if you work in your talent, ਅਗਰ ਤੁਸੀਂ ਉਸ ਗੁਣ ਦੇ ਵਿੱਚ ਰਹਿ ਕੇ ਪ੍ਰਭੂ ਦਾ ਕੰਮ ਕਰਦੇ ਹੋ, more than your prayer, God will bless you. ਖੁਦਾ ਤੁਹਾਨੂੰ ਉਹਦੇ ਦੁਆਰਾ ਆਸ਼ੀਸ਼ਿਤ ਕਰੇਗਾ। Hallelujah. Hallelujah. If you don't pray, no problem. God knows, because He knows. Bible says He knows the hearts of men. ਅਗਰ ਤੁਸੀਂ ਪ੍ਰਾਰਥਨਾ ਨਹੀਂ ਵੀ ਕੀਤੀ ਹੋਵੇ ਉਸ ਕੰਮ ਲਈ, ਫਿਰ ਵੀ ਖੁਦਾ ਤੁਹਾਨੂੰ ਆਸ਼ੀਸ਼ਿਤ ਕਰੇਗਾ ਤੁਹਾਡੀ ਉਸ ਗੁਣ ਦੇ ਦੁਆਰਾ, ਉਸ ਕੰਮ ਦੇ ਦੁਆਰਾ। Because you are just not speaking, you doing active. You just doing what to say act. ਤੁਸੀਂ ਚਾਹੇ ਕੁਝ ਬੋਲਿਆ ਵੀ ਨਾ ਹੋਏਗਾ, ਪਰ ਇਹ ਮਾਇਨੇ ਰੱਖਦਾ ਕਿ ਤੁਸੀਂ ਖੁਦਾ ਲਈ ਕੁਝ ਕਰ ਰਹੇ ਹੋ। Hallelujah. ਹਾਲੇਲੂਇਆ। Do you have zeal for God? ਤੁਹਾਡੇ ਅੰਦਰ ਪ੍ਰਭੂ ਦੇ ਲਈ ਜੋਸ਼ ਹੈ ਜਾਂ ਨਹੀਂ ਹੈ? Today I am speaking to you. ਅੱਜ ਮੈਂ ਤੁਹਾਨੂੰ ਪੁੱਛ ਰਿਹਾ ਹਾਂ That today the Holy Spirit is speaking to you. ਪਰਮੇਸ਼ਰ ਆਤਮਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ। Do you have zeal for ਤੁਹਾਡੇ God? ਅੰਦਰ ਪ੍ਰਭੂ ਲਈ ਜੋਸ਼ ਹੈ ਜਾਂ ਨਹੀਂ ਹੈ? To spread the gospel in the world. ਤਾਂ ਕਿ ਤੁਸੀਂ ਖੁਦਾ ਦੇ ਵਚਨ ਨੂੰ ਫੈਲਾ ਸਕੋ ਦੁਨੀਆ ਦੇ ਵਿੱਚ। Do you have zeal for God? ਤੁਹਾਡੇ ਅੰਦਰ ਪ੍ਰਭੂ ਦੇ ਲਈ ਜੋਸ਼ ਹੈ? Tell me yes or no. ਦੱਸੋ ਹੈ ਜਾਂ ਨਹੀਂ ਹੈ?
Hallelujah. ਹਾਲੇਲੂਇਆ। Do you love God? ਕਿ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ? Bible says one who loves God, ਬਾਈਬਲ ਦੱਸਦੀ ਹੈ ਜਿਹੜੇ ਲੋਕ ਪ੍ਰਭੂ ਨੂੰ ਪਿਆਰ ਕਰਦੇ ਨੇ he will obey the word of God. ਉਹੀ ਪ੍ਰਭੂ ਦੀ ਆਗਿਆ ਪਾਲਨ And ਕਰਦੇ this ਨੇ। is the real love. ਇਹੀ ਸੱਚਾ ਪਿਆਰ ਹੈ। The definition of love is sacrifice. ਪਿਆਰ ਦਾ ਅਸਲੀ ਮਤਲਬ ਹੈ ਕੁਝ ਕੁਰਬਾਨੀ ਦੇਣਾ ਕਿਸੇ ਪ੍ਰਕਾਰ ਦੀ। Hallelujah. Bible says if you take up your cross ਬਾਈਬਲ ਦੱਸਦੀ ਹੈ ਕਿ ਤੁਸੀਂ ਆਪਣੇ ਕਰੂਸ ਨੂੰ ਉਠਾਉਂਦੇ ਹੋ and follow me, ਔਰ ਮੇਰੇ ਪਿੱਛੇ ਚੱਲਦੇ ਹੋ you will be my disciple. ਤਦ ਤੁਸੀਂ ਮੇਰੇ ਚੇਲੇ ਹੋ। Hallelujah. ਹਾਲੇਲੂਇਆ। When Jesus took up his cross, ਜਦੋਂ ਯਿਸੂ ਮਸੀਹ ਨੇ ਆਪਣੀ ਉਸ ਕਰੂਸ ਨੂੰ ਚੁੱਕਿਆ, he was just a man. ਉਹ ਇੱਕ ਇਨਸਾਨ ਸੀ। All the divinely power was left ਉਸ ਸਮੇਂ ਉਹਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਸ਼ਕਤੀ ਕੰਮ ਨਹੀਂ ਸੀ ਕਰ ਰਹੀ because the Father also left him. ਕਿਉਂਕਿ ਪਰਮੇਸ਼ਰ ਨੇ ਆਲਰੇਡੀ ਉਹਨੂੰ ਛੱਡ ਦਿੱਤਾ ਸੀ ਉਸ ਸਮੇਂ। He was, he had a lot of pains. ਉਸ ਸਮੇਂ ਉਹਨੂੰ ਬਹੁਤ ਜ਼ਿਆਦਾ ਦਰਦ ਸੀ। He had a lot of problems. ਉਸ ਸਮੇਂ ਬਹੁਤ ਸਾਰੀ ਸਮੱਸਿਆ ਵਿੱਚ ਸੀ ਯਿਸੂ ਮਸੀਹ। And the lot of soldiers were, they were beating him. ਬਹੁਤ ਸਾਰੇ ਲੋਕ, ਬਹੁਤ ਸਾਰੇ ਸੈਨਾ ਉਸ ਸਮੇਂ ਉਹਨੂੰ ਮਾਰ ਰਹੀ ਸੀ। And he took up his cross. ਪਰ ਫਿਰ ਵੀ ਉਹਨੇ ਆਪਣੇ ਕਰੂਸ ਨੂੰ ਚੁੱਕਿਆ ਸੀ And he went. ਔਰ ਉਹ ਉਸ ਸਮੇਂ ਚੱਲ ਰਿਹਾ ਸੀ। Hallelujah. Hallelujah. And Bible says when Jesus resurrected from the tomb, ਪਰ ਬਾਈਬਲ ਦੱਸਦੀ ਜਦੋਂ ਯਿਸੂ ਮਸੀਹ ਕਬਰ ਦੇ ਵਿੱਚੋਂ ਬਾਹਰ ਆਏ, he got the keys of Abias. ਤਦ ਉਹਦੇ ਕੋਲ ਅਧਲੋਕ ਦੀਆਂ ਚਾਬੀਆਂ ਸੀ। He got an authority. ਤਦ ਉਹਦੇ ਕੋਲ ਅਧਿਕਾਰ ਸੀ। When you take up your cross, ਜਦ ਤੁਸੀਂ ਆਪਣੀ ਕਰੂਸ ਨੂੰ ਉਠਾ ਕੇ ਚੱਲਦੇ ਹੋ, whether Satan beats you, ਹੋ ਸਕਦਾ ਉਸ ਸਮੇਂ ਸ਼ੈਤਾਨ ਤੁਹਾਨੂੰ ਮਾਰਦਾ ਹੈ, whether Satan stripes you, ਸ਼ੈਤਾਨ ਤੁਹਾਨੂੰ ਪਰੇਸ਼ਾਨ ਕਰਦਾ ਹੈ, whether he can stone on you, ਹੋ ਸਕਦਾ ਤੁਹਾਡੇ ਉੱਪਰ ਪੱਥਰ ਮਾਰੇ ਜਾਂਦੇ but ਨੇ। if you take up your cross and following the God, ਪਰ ਅਗਰ ਤੁਸੀਂ ਉਹਦੇ ਦੌਰਾਨ ਵੀ ਆਪਣੀ ਕਰੂਸ ਨੂੰ ਚੁੱਕ ਕੇ ਪਰਮੇਸ਼ਰ ਦੇ ਪਿੱਛੇ ਚੱਲਦੇ ਹੋ, that God will bless you with that peace. ਤਦ ਖੁਦਾ ਤੁਹਾਨੂੰ ਆਸ਼ੀਸ਼ ਕਰੇਗਾ। Hallelujah. Hallelujah. The same peace which Jesus got, ਸੇਮ ਉਹ ਬਰਕਤ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਕੋਲ ਹੈ, if you take up the cross, ਅਗਰ ਤੁਸੀਂ ਕਰੂਸ ਨੂੰ ਚੁੱਕਦੇ if ਹੋ you followed the God, ਔਰ ਤੁਸੀਂ ਪ੍ਰਭੂ ਦੇ ਪਿੱਛੇ ਚੱਲਦੇ the ਹੋ, same keys he will give to you. ਸੇਮ ਉਹ ਚਾਬੀਆਂ, ਉਹ ਅਧਿਕਾਰ ਤੁਹਾਡੇ ਕੋਲ The ਆਉਂਦੇ Bible ਨੇ। says whatever you shall bind, whatever you shall bind, ਬਾਈਬਲ ਦੱਸਦੀ ਜੋ ਕੁਝ ਤੁਸੀਂ ਬੰਨਦੇ ਹੋ, shall be bound in the heaven. ਉਹ ਸਭ ਕੁਝ ਸਵਰਗ ਵਿੱਚ ਬਣ ਜਾਂਦਾ ਹੈ। Hallelujah. ਹਾਲੇਲੂਇਆ। It comes from to taking the cross. ਇਹ ਕਿਸ ਤਰ੍ਹਾਂ ਹੁੰਦਾ ਹੈ ਜਦੋਂ ਅਸੀਂ ਕਰੂਸ ਨੂੰ ਚੁੱਕ ਕੇ ਪ੍ਰਭੂ ਦੇ ਪਿੱਛੇ ਚੱਲਦੇ ਹਾਂ। Hallelujah. Hallelujah. If you are not taking your cross, ਅਗਰ ਤੁਸੀਂ ਆਪਣੇ ਕਰੂਸ ਨੂੰ ਨਹੀਂ ਚੁੱਕਦੇ ਹੋ, to coming every Sunday, what is this? ਤਾਂ ਫਿਰ ਅਗਰ ਤੁਸੀਂ ਹਰ ਸੰਡੇ ਚਰਚ ਵਿੱਚ ਆਉਂਦੇ ਹੋ, ਕੀ ਹੈ? Every Sunday you comes, ਹਰ ਐਤਵਾਰ ਤੁਸੀਂ ਚਰਚ ਵਿੱਚ ਆਉਂਦੇ ਹੋ, whether you have money or not, whether you have money or not, ਤੁਹਾਡੇ ਕੋਲ ਪੈਸਾ ਹੈ ਜਾਂ ਨਹੀਂ, but still you wants to come and you comes. ਪਰ ਫਿਰ ਵੀ ਤੁਸੀਂ ਪ੍ਰਭੂ ਦੇ ਆਉਂਦੇ ਹੋ। This is the meaning that you are taking your cross. ਇਹਦਾ ਮਤਲਬ ਹੈ ਅਗਰ ਤੁਸੀਂ ਹਰ ਹਾਲਾਤ ਵਿੱਚ ਚਰਚ ਵਿੱਚ ਆਉਂਦੇ ਹੋ, ਪ੍ਰਭੂ ਦੇ ਨਾਲ ਚੱਲਦੇ ਹੋ, ਇਹਦਾ ਮਤਲਬ ਹੈ ਤੁਸੀਂ ਆਪਣੀ ਕਰੂਸ ਨੂੰ ਚੁੱਕ ਕੇ ਚੱਲ ਰਹੇ ਹੋ। It means you are denying yourself. ਇਹਦਾ ਮਤਲਬ ਹੈ ਤੁਸੀਂ ਆਪਣੇ ਆਪ ਦਾ ਇਨਕਾਰ ਕਰ ਰਹੇ ਹੋ। Hallelujah. ਹਾਲੇਲੂਇਆ। You must deny yourself. Deny मतलब इनकार करना। ਤੁਸੀਂ ਆਪਣੇ ਆਪ ਦਾ ਇਨਕਾਰ ਕਰਦੇ ਹੋ। As Daniel did. ਔਰ ਡੈਨੀਅਲ ਨੇ ਕੀ ਕੀਤਾ? Bible says Daniel denied himself. ਬਾਈਬਲ ਦੱਸਦੀ ਡੈਨੀਅਲ ਨੇ ਆਪਣੇ ਆਪ ਦਾ ਇਨਕਾਰ ਕਰ ਦਿੱਤਾ। He became Lord for God. ਉਹ ਸਿਰਫ ਪ੍ਰਭੂ ਦੇ ਲਈ ਕੁਝ ਕਰ ਰਿਹਾ ਹੈ। He became Lord for God. ਉਹ ਪਰਮੇਸ਼ਰ ਦੇ ਸਾਹਮਣੇ ਪ੍ਰਭੂ ਦੇ ਲਈ ਬਹੁਤ ਸਾਰਾ ਨੀਵਾ ਹੋ ਗਿਆ। And God raised him up. ਪਰ ਪਰਮੇਸ਼ਰ ਨੂੰ ਚੁੱਕ ਕੇ ਖੜਾ ਕਰ With ਦਿੱਤਾ। wisdom. ਬੁੱਧੀ ਦੇ ਨਾਲ, with the spiritual senses. ਔਰ ਪਰਮੇਸ਼ਰ ਨੇ ਉਹਦੀਆਂ ਅਲੌਕਿਕ ਸ਼ਕਤੀਆਂ ਨੂੰ ਜਿਹੜੀ ਸਮਝਦੇ ਨੇ ਖੋਲ ਦਿੱਤਾ। Hallelujah. 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 How many are you getting? ਕਿੰਨੇ ਲੋਕ ਸਮਝ ਰਹੇ ਨੇ? Are you getting it? ਤੁਸੀਂ ਅੱਜ ਦੇ ਬੱਚੇ ਨੂੰ ਸਮਝ ਰਹੇ ਹੋ? Do you have zeal for God? ਕਿ ਤੁਹਾਡੇ ਅੰਦਰ ਪਰਮੇਸ਼ਰ ਲਈ ਜੋਸ਼ ਹੈ ਜਾਂ ਨਹੀਂ ਹੈ? Do you have zeal to do something for God? ਤੁਹਾਡੇ ਅੰਦਰ ਜੋਸ਼ ਹੈ ਕਿ ਮੈਂ ਵੀ ਪ੍ਰਭੂ ਦੇ ਲਈ ਕੁਝ ਕਰਾਂ? God must, God wants to take benefit from you. ਪਰਮੇਸ਼ਰ ਤੁਹਾਡੇ ਕੋਲੋਂ ਕੁਝ ਨਾ ਕੁਝ ਚਾਹੁੰਦੇ ਨੇ। Hallelujah. Hallelujah. He wants you just to do something for my kingdom. ਪਰਮੇਸ਼ਰ ਚਾਹੁੰਦੇ ਤੁਸੀਂ ਕੁਝ ਨਾ ਕੁਝ ਪ੍ਰਭੂ ਦੇ ਰਾਜ ਲਈ ਕਰੋ। He wants at least you just say one soul. ਪ੍ਰਭੂ ਕਹਿੰਦੇ ਚਾਹੇ ਤੁਸੀਂ ਇੱਕ ਗੀਤ ਦੀ ਉਹਦੀ ਮਹਿਮਾ ਲਈ ਗਾਓ। Soul मतलब रूम में चलना। तो चले एक रूम में चलना। ਪ੍ਰਭੂ ਚਾਹੁੰਦੇ ਚਾਹੇ ਤੁਸੀਂ ਇੱਕ ਆਤਮਾ ਨੂੰ ਪ੍ਰਭੂ ਦੇ ਲਈ ਬਚਾਓ, ਪਰ ਕੁਝ ਨਾ ਕੁਝ ਕਰੋ। He wants you just spread the word of God. ਉਹ ਚਾਹੁੰਦਾ ਹੈ ਕਿ ਤੁਸੀਂ ਖੁਦਾ ਦੇ ਵਚਨ ਨੂੰ ਫੈਲਾਓ। He wants to you just share the gospel. ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਉਹਦੇ ਵਚਨ ਨੂੰ ਦੂਸਰੇ ਤੱਕ ਲੈ ਕੇ ਜਾਓ। He wants to pray for the sick.
ਪ੍ਰਭੂ ਚਾਹੁੰਦਾ ਕਿ ਤੁਸੀਂ ਦੂਸਰੇ ਬਿਮਾਰਾਂ ਲਈ ਪ੍ਰਾਰਥਨਾ ਕਰੋ। But what we do, ਪਰ ਅਸੀਂ ਕੀ ਕਰਦੇ ਹਾਂ? we are afraid. ਅਸੀਂ ਡਰਦੇ ਹਾਂ। When the God says to for anyone to us, when God says to us to pray for anyone, ਜਦੋਂ ਪ੍ਰਭੂ ਦਾ ਆਤਮਾ ਸਾਨੂੰ ਕਹਿੰਦਾ ਕਿ ਤੇਰੀ ਪ੍ਰਾਰਥਨਾ ਕਰ, what we think? ਪਰ ਅਸੀਂ ਕੀ ਸੋਚਦੇ ਹਾਂ? God will he heal or not? ਅਸੀਂ ਸੋਚਦੇ ਪ੍ਰਭੂ ਇਹ ਚੰਗਾ ਹੋਵੇਗਾ ਕਿ ਨਹੀਂ ਹੋਏਗਾ? Will you transform his life or not? ਕਿ ਪ੍ਰਭੂ ਇਹਦੀ ਜ਼ਿੰਦਗੀ ਨੂੰ ਬਦਲੇਗਾ ਜਾਂ ਨਹੀਂ ਬਦਲੇਗਾ? That's your own matter. ਇਹ ਤੁਹਾਡਾ ਮੈਟਰ ਨਹੀਂ ਹੈ। That's not your role. ਇਹ ਕੰਮ ਤੁਹਾਡਾ ਕੰਮ ਨਹੀਂ ਹੈ। That's the act of God. ਇਹ ਪਰਮੇਸ਼ਰ ਦਾ ਕੰਮ ਹੈ। The act of your is you just pray. ਤੁਹਾਡਾ ਕੰਮ ਸਿਰਫ ਹੈ ਕਿ ਤੁਸੀਂ ਪ੍ਰਾਰਥਨਾ ਕਰੋ। Whether God heals him or not, no matter. ਪ੍ਰਭੂ ਨੂੰ ਚੰਗਾ ਕਰੇ ਜਾਂ ਨਾ ਕਰੇ, ਤੁਹਾਡਾ ਕੰਮ ਹੈ ਕਿ ਤੁਸੀਂ ਉਹਦੇ ਵਿਸ਼ਵਾਸ Whether God transform his life or not, no matter. ਪ੍ਰਭੂ ਦੀ ਜ਼ਿੰਦਗੀ ਨੂੰ ਬਦਲੇ ਜਾਂ ਨਾ ਬਦਲੇ, ਤੁਹਾਡਾ ਫਰਜ਼ ਹੈ ਉਹਦੀ ਪ੍ਰਾਰਥਨਾ ਕਰੋ। But the thing is how you obey the word of God. ਗੱਲ ਇਹ ਕਿ ਤੁਸੀਂ ਕਿਸ ਤਰ੍ਹਾਂ ਪ੍ਰਭੂ ਦੀ ਆਗਿਆ ਪਾਲਣ ਕਰਦੇ ਹੋ। Hallelujah. 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 You must have zeal for God. ਤੁਹਾਡੇ ਅੰਦਰ ਜ਼ਰੂਰੀ ਹੈ ਕਿ ਪ੍ਰਭੂ ਦੇ ਲਈ ਜੋਸ਼ ਭਰਿਆ ਹੋਵੇ। Hallelujah. ਹਾਲੇਲੂਇਆ। See, when we take decision ਜਦੋਂ ਅਸੀਂ ਫੈਸਲਾ ਲੈਂਦੇ ਹਾਂ to walk upon the word of God ਕਿ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲੀਏ, and having zeal for him, ਔਰ ਜਦੋਂ ਉਹਦੇ ਲਈ ਜੋਸ਼ ਦੇ ਵਿੱਚ ਰਹਿੰਦੇ ਹਾਂ, then God will give his exceeding grace. ਤਦ ਪ੍ਰਭੂ ਸਾਡੀ ਜ਼ਿੰਦਗੀ 'ਚ ਆਪਣੀ ਦਇਆ ਨੂੰ, ਆਪਣੀ ਅਨੁਗ੍ਰਹ ਨੂੰ ਵਧਾਉਂਦਾ ਹੈ। Hallelujah. ਹਾਲੇਲੂਇਆ। There are 8 types of graces. ਇਹ ਵੀ ਇੱਕ ਤਰੀਕਾ ਹੈ ਪਰਮੇਸ਼ਰ ਦੀ ਦਇਆ ਨੂੰ ਪਾਉਣ ਦਾ। 8 types. 8 ਪ੍ਰਕਾਰ ਦੇ ਅਨੁਗ੍ਰਹ ਹੈ। I'm not going to share about that. I'm not going to share about ਮੈਂ that. ਉਹਦੇ ਬਾਰੇ ਨਹੀਂ ਦੱਸਾਂਗਾ। But the final one, the eighth point, the eighth one is the exceeding grace. ਜਿਹੜਾ 8ਵਾਂ ਪੁਆਇੰਟ ਹੈ, ਗ੍ਰੇਸ, ਜਦੋਂ ਅਸੀਂ ਗ੍ਰੇਸ ਬਾਰੇ ਸਟੱਡੀ ਕਰਦੇ ਹਾਂ, ਉਹ ਹੈ ਪ੍ਰਭੂ ਦਾ ਅਨੁਗ੍ਰਹ ਜਿਹੜਾ ਹੈ ਵਾਧਾ ਹੈ। Hallelujah. ਹਾਲੇਲੂਇਆ। The exceeding grace means wherever you go, ਅਨੁਗ੍ਰਹ ਦੇ ਵਧਣ ਦਾ ਮਤਲਬ ਤੁਸੀਂ ਕਿਸੇ ਵੀ ਜਗ੍ਹਾ ਤੇ ਹੋ, wherever you go, ਜਿੱਥੇ ਵੀ ਤੁਸੀਂ ਜਾਂਦੇ ਹੋ, God will bless you more than everyone else. ਪਰਮੇਸ਼ਰ ਤੁਹਾਨੂੰ ਦੂਸਰੇ ਨਾਲੋਂ ਵੱਧ ਕੇ ਆਸ਼ੀਸ਼ਿਤ ਕਰੇਗਾ। Hallelujah. Bible says when the church was praying, ਬਾਈਬਲ ਦੱਸਦੀ ਹੈ when the church was praying, ਜਦੋਂ ਲੋਕ ਪ੍ਰਾਰਥਨਾ ਕਰਦੇ ਨੇ, when the apostles were praying, ਜਦੋਂ ਚੇਲੇ ਪ੍ਰਾਰਥਨਾ ਕਰ ਰਹੇ ਸੀ, Bible says there was a great grace and great power upon them. ਬਾਈਬਲ ਦੱਸਦੀ ਹੈ ਉਹਨਾਂ ਉੱਪਰ ਪ੍ਰਭੂ ਦਾ ਅਨੁਗ੍ਰਹ ਔਰ ਪ੍ਰਭੂ ਦੀ ਸ਼ਕਤੀ ਵਧਦੀ ਗਈ। Hallelujah. 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 There was a great grace and great power upon them. ਬਾਈਬਲ ਦੱਸਦੀ ਹੈ ਉਹਨਾਂ ਦੇ ਅਦਭੁਤ ਗ੍ਰੇਸ ਔਰ ਅਦਭੁਤ ਸ਼ਕਤੀ ਵਧਦੀ ਗਈ। And when they got that grace, ਜਦੋਂ ਉਹਨਾਂ ਨੇ ਉਸ ਅਨੁਗ੍ਰਹ ਨੂੰ ਪ੍ਰਾਪਤ ਕੀਤਾ, Ananias and Sapphira came. ਹਨਨਿਆ ਸਫੀਰਾ ਜਿਹੜੀ ਹੈ, Bible says Ananias and Sapphira came. ਬਾਈਬਲ ਦੱਸਦੀ ਹਨਨਿਆ ਔਰ ਸਫੀਰਾ ਜਿਹੜੇ ਉਸ ਜਗ੍ਹਾ ਤੇ And ਹੈ। Bible says Barnabas also came to them. ਬਾਈਬਲ ਦੱਸਦੀ ਬਰਨਾਬਾਸ ਉਸ ਜਗ੍ਹਾ ਤੇ ਹੈ। And he sold his field. And he sold his field. ਉਹਨਾਂ ਨੇ ਉਸ ਜਗ੍ਹਾ ਤੇ ਉਸ ਜਗ੍ਹਾ ਆਪਣੀ ਜ਼ਮੀਨ ਨੂੰ ਵੇਚਿਆ। And Bible says that money he kept on the fields of apostles. ਬਾਈਬਲ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਆਪਣੀ ਜ਼ਮੀਨ ਨੂੰ ਵੇਚਿਆ ਔਰ ਉਹਨਾਂ ਪੈਸਿਆਂ ਨੂੰ ਚੇਲਿਆਂ ਦੇ ਕਦਮਾਂ ਵਿੱਚ ਰੱਖਿਆ, You know, he just sold his field. ਉਸ ਜਗ੍ਹਾ ਤੇ ਉਹ ਆਪਣੇ ਜਿਹੜੇ ਬੀਜ ਨੂੰ ਉਸ ਜਗ੍ਹਾ ਤੇ ਬੋ ਰਹੇ ਨੇ। He sold his field means it is not a simple thing. ਉਹ ਇਹ ਕੋਈ ਸਧਾਰਨ ਗੱਲ ਨਹੀਂ ਆ। ਉਹਨੇ ਆਪਣੀ ਜ਼ਮੀਨ ਵੇਚੀ। ਉਹਨੇ ਆਪਣੀ ਜ਼ਮੀਨ ਨੂੰ ਵੇਚਿਆ। He sold his whole property. ਉਹਨੇ ਆਪਣੀ ਸਾਰੀ ਪ੍ਰਾਪਰਟੀ ਨੂੰ ਵੇਚਿਆ। And now he cannot see his future. ਦੇਖ ਨਹੀਂ ਸਕਦਾ ਆਪਣੇ ਫਿਊਚਰ ਨੂੰ। ਜੀ, ਹੁਣ ਉਹ ਜਦੋਂ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਨੂੰ ਵੇਚ ਦਿੱਤਾ, ਤੇ ਆਉਣ ਵਾਲੇ ਸਮੇਂ ਆਪਣੇ ਆਉਣ ਵਾਲੇ ਫਿਊਚਰ ਨੂੰ ਨਹੀਂ ਦੇਖ ਸਕਦੇ। In front of him there are a lot of problems now. ਹੁਣ ਉਸ ਜਗ੍ਹਾ ਤੇ ਉਸ ਜਗ੍ਹਾ ਸਾਹਮਣੇ ਬਹੁਤ ਸਾਰੀ ਮੁਸ਼ਕਲਾਂ ਨੇ। But what he did, ਪਰ ਉਹਨਾਂ ਨੇ ਕੀ ਕੀਤਾ? he did not turn from God. ਉਹ ਪਿੱਛੇ ਨੂੰ ਨਹੀਂ ਮੁੜੇ। But Bible says the son of encouragement, ਪਰ ਬਾਈਬਲ ਦੱਸਦੀ ਹੈ the Barnabas, ਬਰਨਬਾਸ ਜਿਹੜਾ ਹੈ, he just sold the field ਉਹਨੇ ਜਦੋਂ ਆਪਣੇ ਜ਼ਮੀਨ ਨੂੰ ਵੇਚਿਆ, and he just kept on the fields of apostles. ਉਹਨਾਂ ਨੇ ਰਸੂਲਾਂ ਦੇ ਕਦਮਾਂ ਵਿੱਚ ਜਾ ਕੇ ਪੈਸੇ ਨੂੰ ਰੱਖਿਆ। When people will bless you, when people will bless you, ਕਦੋਂ ਲੋਕ ਤੁਹਾਨੂੰ ਆਸ਼ੀਸ਼ਿਤ ਕਰਨਗੇ? when people will bless you, ਕਦੋਂ ਲੋਕ ਤੁਹਾਨੂੰ ਆਸ਼ੀਸ਼ਿਤ ਕਰਨਗੇ? when you get the great grace all upon you, ਜਦੋਂ ਤੁਹਾਡੇ ਉੱਤੇ ਅਦਭੁਤ ਜਿਹੜੀ ਹੈ ਪ੍ਰਭੂ ਦੀ ਦਇਆ ਤੁਹਾਡੇ ਉੱਪਰ ਹੋ when ਜਾਏਗੀ। you get the exceeding grace from God. ਜਦੋਂ ਤੁਹਾਡੇ ਉੱਤੇ ਵਧਣ ਵਾਲੀ ਜਿਹੜੀ ਦਇਆ ਹੈ ਉਹ ਤੁਹਾਡੇ ਉੱਪਰ ਹੋ ਜਾਏਗੀ। Hallelujah. Hallelujah. If you tell to anyone just give me 1 rupee, he will not give you single penny also. ਅਗਰ ਤੁਸੀਂ ਕਿਸੇ ਕੋਲ ਇੱਕ ਰੁਪਿਆ ਵੀ ਮੰਗਦੇ ਹੋ ਸਕਦਾ ਕੋਈ ਤੁਹਾਨੂੰ ਨਾ ਦੇਵੇ। Hallelujah. Hallelujah. And it happens today also. ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ।
just ask to anyone, just give me 10,000 rupees. Single penny he will not give you. ਤੁਸੀਂ ਕਿਸੇ ਕੋਲੋਂ ਵੀ 10,000 ਰੁਪਏ ਮੰਗ ਲਓ, ਕੋਈ ਤੁਹਾਨੂੰ 10 ਰੁਪਏ ਵੀ ਨਹੀਂ ਦੇਗਾ। Hallelujah. Hallelujah. But what happened? But when the grace begins to come upon you, ਪਰ ਜਦੋਂ ਸਾਡੇ ਉੱਤੇ ਪ੍ਰਭੂ ਦੀ ਦਇਆ ਆ ਜਾਏਗੀ, ਅਨੁਗ੍ਰਹ ਹੋ ਜਾਏਗਾ, people will bless you. ਪਰ ਲੋਕ ਤੁਹਾਨੂੰ ਆਪਣੇ ਆਪ ਆਸ਼ੀਸ਼ਿਤ ਕਰਨਗੇ। How that grace comes? ਕਿਸ ਤਰ੍ਹਾਂ ਉਹ ਦਇਆ ਤੁਹਾਡੇ ਉੱਪਰ ਆਵੇਗੀ? To obeying the word of God. ਜਦੋਂ ਤੁਸੀਂ ਖੁਦਾ ਦੇ ਵਚਨ ਦੀ ਆਗਿਆ ਪਾਲਣ ਕਰਦੇ ਹੋ। Hallelujah. Hallelujah. Bible says in the book of Proverbs, ਬਾਈਬਲ ਦੱਸਦੀ ਹੈ ਜਦੋਂ ਅਸੀਂ ਕਹਾਵਤਾਂ ਦੀ ਕਿਤਾਬ ਨੂੰ ਪੜ੍ਹਦੇ ਹਾਂ, with love and faithfulness, ਪਿਆਰ ਅਤੇ ਵਿਸ਼ਵਾਸਯੋਗਤਾ ਦੇ ਬਾਰੇ, when you have love and faithfulness ਜਦੋਂ ਤੁਹਾਡੇ ਕੋਲ ਪਰਮੇਸ਼ਰ ਦੇ ਲਈ ਪਿਆਰ ਹੈ ਔਰ ਵਿਸ਼ਵਾਸਯੋਗ ਹੋ, for God and for men also, ਔਰ ਪਰਮੇਸ਼ਰ ਦੇ ਲਈ ਔਰ ਮਨੁੱਖਾਂ ਦੇ ਲਈ ਵੀ, you will get the favor from God. ਤਦ ਤੁਸੀਂ ਪ੍ਰਭੂ ਦੇ ਕੋਲੋਂ ਬਰਕਤ ਨੂੰ ਪਾਓਗੇ। ਉਹਦੇ How ਕੋਲੋਂ to get favor from God? ਕਿਸ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਵੱਲੋਂ ਬਰਕਤ ਨੂੰ ਪਾ ਸਕਦੇ ਹੋ? With love and with faithfulness. ਜਦੋਂ ਤੁਸੀਂ ਪਿਆਰ ਔਰ ਵਿਸ਼ਵਾਸਯੋਗਤਾ ਦਿਖਾਓਗੇ। You must love God. ਜ਼ਰੂਰੀ ਹੈ ਕਿ ਤੁਸੀਂ ਖੁਦਾ ਨੂੰ ਪਿਆਰ ਕਰੋ। You must love men. ਜ਼ਰੂਰੀ ਹੈ ਕਿ ਤੁਸੀਂ ਇਨਸਾਨਾਂ ਨੂੰ ਵੀ ਪਿਆਰ ਕਰੋ। You must faithful before God. ਤੁਹਾਨੂੰ ਜ਼ਰੂਰ ਹੈ ਕਿ ਪ੍ਰਭੂ ਦੇ ਨਾਲ ਵਿਸ਼ਵਾਸਯੋਗ ਰਹੋ। You must faithful in all your duties. ਉਹ ਜ਼ਰੂਰੀ ਹੈ ਕਿ ਤੁਸੀਂ ਹਰ ਤਰ੍ਹਾਂ ਨਾਲ ਪ੍ਰਭੂ ਨਾਲ ਵਿਸ਼ਵਾਸ ਰੱਖੋ। Whether in fleshly duties or spiritual duty, you must faithful. ਚਾਹੇ ਤੁਹਾਡੀ ਆਤਮਿਕ ਉਹ ਜ਼ਿੰਮੇਵਾਰੀ ਹੋਵੇ, ਚਾਹੇ ਤੁਹਾਡੀ ਫਿਜ਼ੀਕਲੀ ਸਰੀਰਕ ਜ਼ਿੰਮੇਵਾਰੀ ਹੋਵੇ, ਤੁਹਾਨੂੰ ਜ਼ਰੂਰੀ ਹੈ ਕਿ ਖੁਦਾ ਦੇ ਵਿੱਚ ਵਿਸ਼ਵਾਸਯੋਗ ਰਹੋ। When you begin to do that, ਜਦ ਤੁਸੀਂ ਇਸ ਤਰ੍ਹਾਂ ਕਰਦੇ ਹੋ, Bible says the favor from God will come. ਬਾਈਬਲ ਦੱਸਦੀ ਹੈ ਪ੍ਰਭੂ ਦੇ ਵੱਲੋਂ ਕਿਰਪਾ ਤੁਹਾਡੇ ਉੱਪਰ ਆ ਜਾਏਗੀ। And the favor from men also will come to you. ਲੋਕਾਂ ਦੇ ਵੱਲੋਂ ਵੀ ਸਹਾਇਤਾ ਤੁਹਾਡੇ ਲਈ ਖੁੱਲ ਜਾਏਗੀ। Hallelujah. Hallelujah. Today we don't get the favor from God or also men also. ਅੱਜ ਅਸੀਂ ਨਾ ਸਾਡੇ ਕੋਲ ਪ੍ਰਭੂ ਦੀ ਔਰ ਨਾ ਇਨਸਾਨਾਂ ਦੀ ਕਿਰਪਾ ਹੈ। Hallelujah. Because we don't want to love to anyone. ਕਿਉਂਕਿ ਅਸੀਂ ਨਾ ਕਿਸੇ ਨੂੰ ਪਿਆਰ ਕਰਦੇ, ਨਾ ਪ੍ਰਭੂ ਨੂੰ ਪਿਆਰ ਕਰਦੇ ਹਾਂ। Loving means to obey the word of God. ਪਿਆਰ ਦਾ ਮਤਲਬ ਪ੍ਰਭੂ ਦੀ ਆਗਿਆ ਪਾਲਣ ਕਰਨਾ। You must have zeal for God. ਜ਼ਰੂਰੀ ਹੈ ਕਿ ਉਹਦਾ ਜੋਸ਼ ਤੁਹਾਡੇ ਅੰਦਰ ਭਰਿਆ ਹੋਵੇ। Hallelujah. Hallelujah. As Daniel had in those days. ਡੈਨੀਅਲ ਜਿਹੜਾ ਸੀ ਉਸ ਸਮੇਂ ਇਸ ਤਰ੍ਹਾਂ ਕਰ ਰਿਹਾ ਸੀ। Hallelujah. Hallelujah. And when you begin to follow the word of God, ਜਦੋਂ ਅਸੀਂ ਖੁਦਾ ਦੇ ਵਚਨ ਦੀ ਆਗਿਆ ਪਾਲਣ ਕਰਦੇ ਹਾਂ, and when you begin to love the Holy Spirit, ਜਦੋਂ ਤੁਸੀਂ ਪਵਿੱਤਰ ਆਤਮਾ ਨੂੰ ਪਿਆਰ ਕਰਦੇ ਹੋ, I have seen in my life. I have seen in my life. ਮੈਂ ਆਪਣੀ ਲਾਈਫ ਦੇ ਵਿੱਚ ਇਸ ਤਰ੍ਹਾਂ ਕਰਕੇ ਦੇਖਿਆ। If Holy Spirit wants to give to me something, ਪਵਿੱਤਰ ਆਤਮਾ ਕਦੋਂ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ? if He wants to give something to me, ਅਗਰ ਉਹ ਮੇਰੇ ਲਈ ਕੁਝ ਕਰਨਾ ਚਾਹੁੰਦਾ ਹੈ, and if I love to Him, ਔਰ ਉਹ ਜਦੋਂ ਅਸੀਂ ਉਹਨੂੰ ਲੱਭਦੇ ਹਾਂ, if He wants to give to me and I love Him, I am not giving thanks, just I am loving. ਜਦੋਂ ਪਰਮੇਸ਼ਵਰ ਪਵਿੱਤਰ ਆਤਮਾ ਮੇਰੇ ਲਈ ਕੁਝ ਕਰਨਾ ਚਾਹੁੰਦਾ ਹੈ, And I love Him. ਮੈਂ ਉਹਨੂੰ ਪਿਆਰ ਕਰਦਾ ਹਾਂ। When you begin to love ਜਦੋਂ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ, more than your expectation, He will give to you. ਤੁਸੀਂ ਫਿਰ ਆਸ ਕਰਦੇ ਹੋ ਕਿ ਤੁਹਾਨੂੰ ਬਹੁਤ ਕੁਝ ਦੇਵੇ। What He's supposed to give to you, ਪਰ ਉਹ ਕੀ ਕਰਨਾ ਚਾਹੁੰਦਾ ਹੈ? ਜੋ ਕੁਝ ਵੀ ਪ੍ਰਭੂ ਤੁਹਾਡੀ ਜ਼ਿੰਦਗੀ 'ਚ ਕਰ ਰਿਹਾ ਹੈ ਤੁਹਾਨੂੰ ਦੇਣਾ ਚਾਹੁੰਦਾ ਹੈ। ਜਦੋਂ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਹੋਰ ਉਮੀਦ ਕਰਦੇ ਹੋ। Hallelujah. Hallelujah. If you love Him, then again He will bless you more. ਔਰ ਤੁਸੀਂ ਹੋਰ ਜ਼ਿਆਦਾ ਪਿਆਰ ਕਰਦੇ ਹੋ ਕਿ ਤੁਹਾਨੂੰ ਹੋਰ ਜ਼ਿਆਦਾ ਆਸ਼ੀਸ਼ If you love His presence, ਜਦੋਂ ਤੁਸੀਂ ਉਹਦੀ ਉਪਸਥਿਤੀ ਨੂੰ ਪਿਆਰ ਕਰਦੇ ਹੋ, more things, more than your expectations, He will give you. ਤੁਹਾਡੀ ਸੋਚਾਂ ਤੋਂ ਵੱਧ ਕੇ ਵੀ ਉਹ ਤੁਹਾਨੂੰ ਦੇਣ ਦੀ ਸ਼ਕਤੀ ਰੱਖਦਾ ਹੈ। Hallelujah. ਹਾਲੇਲੂਇਆ। What is the major sign of the presence of God? ਕਿਸ ਤਰ੍ਹਾਂ ਅਸੀਂ ਸਮਝ ਸਕਦੇ ਸਭ ਤੋਂ ਵੱਡਾ ਚਿੰਨ੍ਹ ਕੀ ਹੈ ਖੁਦਾ ਦੀ ਉਪਸਥਿਤੀ ਦਾ? His presence in you or not? ਤੁਹਾਡੇ ਅੰਦਰ ਉਹਦੀ ਉਪਸਥਿਤੀ ਹੈ ਜਾਂ ਨਹੀਂ ਹੈ? How to recognize that? ਕਿਸ ਤਰ੍ਹਾਂ ਤੁਸੀਂ ਉਹਨੂੰ ਸਮਝ ਸਕਦੇ ਹੋ? There will be a rest in you. There will be peace in you. Peace. ਸਭ ਤੋਂ ਵੱਡਾ ਪਹਿਚਾਨ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਉਹਦੀ ਸ਼ਾਂਤੀ ਹੋਵੇਗੀ। Whether world destroy or anything happen, no matter, the peace will be in you. ਕੁਛ ਵੀ ਤੁਹਾਡੀ ਜ਼ਿੰਦਗੀ 'ਚ ਹੋਵੇ ਜਾਂ ਨਾ ਹੋਵੇ, ਉਹ ਸਭ ਤੋਂ ਜ਼ਰੂਰੀ ਕਿ ਤੁਹਾਡੀ ਜ਼ਿੰਦਗੀ 'ਚ ਸ਼ਾਂਤੀ ਹੈ। Hallelujah. Hallelujah. This is the real sign of God. ਇਹੀ ਹੈ ਸਭ ਤੋਂ ਵੱਡਾ ਚਿੰਨ੍ਹ ਕਿ ਖੁਦਾ ਦੀ ਉਪਸਥਿਤੀ ਤੁਹਾਡੇ ਜੀਵਨ 'ਚ ਕੰਮ He ਕਰਦੀ ਹੈ। says, my presence goes before you. He says, my presence will go before you. ਪਰਮੇਸ਼ਰ ਦੇ ਵਚਨ 'ਚ ਲਿਖਿਆ ਮੇਰੀ ਉਪਸਥਿਤੀ ਤੁਹਾਡੇ ਅੱਗੇ ਅੱਗੇ ਚੱਲੇਗੀ। How to get the presence of God? ਕਿਸ ਤਰ੍ਹਾਂ ਉਹਦੀ ਉਪਸਥਿਤੀ ਨੂੰ ਪਾ ਸਕਦੇ ਹਾਂ? To obey the word of God. ਉਹਦੇ ਵਚਨ ਦੀ ਆਗਿਆ ਪਾਲਣ ਦੁਆਰਾ। When you begin to obey the word of God, ਜਦੋਂ ਤੁਸੀਂ ਪ੍ਰਭੂ ਦੇ ਵਚਨ ਦੀ ਆਗਿਆ ਪਾਲਣ ਕਰਦੇ ਹੋ, no matter any situations come, ਕਿਸ ਤਰ੍ਹਾਂ ਦੇ ਵੀ ਹਾਲਾਤ ਤੁਹਾਡੀ ਜ਼ਿੰਦਗੀ 'ਚ ਨੇ, if you obey the word of God, ਪਰ ਫਿਰ ਵੀ ਤੁਸੀਂ ਖੁਦਾ ਦੀ ਆਗਿਆ ਪਾਲਣ ਕਰਦੇ ਹੋ, you will have the greatest relationship with God. ਤੁਹਾਡੇ
ਤੁਹਾਡੇ ਕੋਲ ਪ੍ਰਭੂ ਦੇ ਨਾਲ ਇੱਕ ਅੱਛਾ ਸੰਬੰਧ ਹੈ, Hallelujah. ਹਾਲੇਲੂਇਆ। Hallelujah. Hallelujah. There are a lot of people in the world. ਬਹੁਤ ਸਾਰੇ ਲੋਕ ਇਸ ਸੰਸਾਰ ਦੇ ਵਿੱਚ ਨੇ, If they don't get healing from if they don't get any healing in church, ਅਗਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਚੰਗਾਈ ਨਹੀਂ ਮਿਲਦੀ, they will go to another one. ਉਹ ਦੂਸਰੀ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਦੇ There ਨੇ। is spirit of vagabond. ਇਹ ਇੱਕ ਭਗੌੜੇਪਨ ਦੀ ਆਤਮਾ ਹੈ ਜਿਹੜੀ ਲੋਕਾਂ ਨੂੰ ਭਟਕਾਉਂਦੀ ਹੈ। They will not have the right location in their life. ਉਹਨਾਂ ਦੀ ਜ਼ਿੰਦਗੀ 'ਚ ਕਦੇ ਵੀ ਜਿਹੜੀ ਸਹੀ ਲੋਕੇਸ਼ਨ, ਸਹੀ ਡਾਇਰੈਕਸ਼ਨ ਨਹੀਂ ਹੁੰਦੀ। They are the sons of Cain. ਉਹ ਕੈਨ ਦੀ ਸੰਤਾਨ ਤੋਂ ਹੋ ਜਾਂਦੇ ਨੇ, Hallelujah. Hallelujah. Because they always wanders, they always goes anywhere. ਕਿਉਂਕਿ ਕੈਨ ਦੀ ਲਾਈਫ 'ਚ ਵੀ ਇਸੇ ਤਰ੍ਹਾਂ ਸੀ, Because they cannot stay in one place. ਕਿਉਂਕਿ ਉਹ ਕਿਸੇ ਵੀ ਇੱਕ ਸਥਾਨ ਤੇ ਨਹੀਂ ਠਹਿਰਦਾ ਸੀ। They are the sons of Cain. ਅਗਰ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਤੁਸੀਂ ਸਮਝ ਲਓ ਕਿ ਉਹ ਕੈਨ ਦੀ ਸੰਤਾਨ ਨੇ। Hallelujah. ਹਾਲੇਲੂਇਆ। Because the spirit of vagabond was working in the Cain. ਕਿਉਂਕਿ ਕੈਨ ਦੀ ਜ਼ਿੰਦਗੀ 'ਚ ਵੀ ਭਗੌੜੇਪਨ ਦੀ ਆਤਮਾ ਕੰਮ ਕਰ ਰਹੀ ਸੀ। Hallelujah. ਹਾਲੇਲੂਇਆ। If we doesn't get any answer, ਅਗਰ ਅਸੀਂ ਖੁਦਾ ਦੇ ਕੋਲੋਂ ਕਿਸੇ ਪ੍ਰਕਾਰ ਦਾ ਉੱਤਰ ਨਹੀਂ ਪ੍ਰਾਪਤ what ਕਰਦੇ, we do, you know, ਫਿਰ ਅਸੀਂ ਕੀ ਕਰਨਾ ਹੈ? we change our God. ਅਸੀਂ ਆਪਣੇ ਪ੍ਰਭੂ ਨੂੰ ਨਹੀਂ ਬਦਲ ਸਕਦੇ। ਅਸੀਂ ਕੋਸ਼ਿਸ਼ ਕਰਦੇ ਕਿ ਅਸੀਂ ਆਪਣੇ ਪ੍ਰਭੂ ਨੂੰ ਬਦਲ ਦਈਏ। We go to another man, ਅਸੀਂ ਦੂਸਰੇ ਇਨਸਾਨ ਦੇ ਕੋਲ ਜਾਣ ਦੀ ਕੋਸ਼ਿਸ਼ those who are ਕਰਦੇ not from the Bible. ਜਿਹੜੇ ਬਾਈਬਲ ਦੇ ਅਨੁਸਾਰ ਨਹੀਂ ਹਨ। We change ourselves. ਅਸੀਂ ਆਪਣੇ ਆਪ ਨੂੰ ਬਦਲ ਦਿੰਦੇ ਹਾਂ। Hallelujah. Then how God will bless you? ਤੇ ਕਿਸ ਤਰ੍ਹਾਂ ਪ੍ਰਭੂ ਸਾਨੂੰ ਬਰਕਤ ਦੇਗਾ? Sometimes God doesn't want to give you answer. ਕਈ ਵਾਰ ਖੁਦਾ ਸਾਨੂੰ ਉੱਤਰ ਨਹੀਂ ਦਿੰਦਾ। He wants that you must follow His word. ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਪਰਮੇਸ਼ਰ ਦੇ ਪਿੱਛੇ ਚੱਲਣਾ ਸ਼ੁਰੂ ਕਰੋ। Hallelujah. Hallelujah. He wants you to just follow the word of God. ਉਹ ਚਾਹੁੰਦਾ ਸਿਰਫ ਤੁਸੀਂ ਖੁਦਾ ਦੇ ਵਚਨ ਦੇ ਅਨੁਸਾਰ ਕਰਨਾ ਕਰੋ। If we come Sunday in church, when we come Sunday in church, ਜਦੋਂ ਅਸੀਂ ਐਤਵਾਰ ਚਰਚ ਵਿੱਚ ਆਉਂਦੇ ਹਾਂ, there are a lot of people. ਬਹੁਤ ਸਾਰੇ ਲੋਕ ਕਈ ਵਾਰ When they comes to church, ਜਦੋਂ ਚਰਚ ਵਿੱਚ ਆਉਂਦੇ ਨੇ, they don't want to listen the word of God, ਉਹ ਪ੍ਰਭੂ ਦੇ ਵਚਨ ਨੂੰ ਨਹੀਂ ਸੁਣਦੇ ਧਿਆਨ ਦੇ ਨਾਲ। and they just want to enjoy themselves. ਉਹ ਸਿਰਫ ਆਪਣੇ ਆਪ ਨੂੰ ਇੱਕ ਇੰਜੋਏ ਦੀ ਤਰ੍ਹਾਂ, ਇੱਕ ਫੋਰਮੈਟ ਦੀ ਤਰ੍ਹਾਂ ਚਰਚ ਵਿੱਚ ਬੈਠਦੇ ਨੇ। If you comes with such a mentality, ਅਗਰ ਤੁਸੀਂ ਬੜੇ ਸੰਯਮ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਚਰਚ ਵਿੱਚ ਆਉਂਦੇ ਹੋ, ਅਗਰ ਤੁਸੀਂ ਇਸ ਤਰ੍ਹਾਂ ਦੀ ਸੋਚ ਆਉਂਦੇ ਹੋ, then you are not the son of God. ਤਾਂ ਤੁਸੀਂ ਪ੍ਰਭੂ ਦੇ ਸੰਤਾਨ ਨਹੀਂ ਹੋ। Hallelujah. 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 You just come to hear the word of God, ਤੁਸੀਂ ਉਹਦੇ ਵਚਨ ਨੂੰ ਸੁਣਨ ਦੇ ਲਈ ਆਓ, and you just come to enjoy the worship. ਔਰ ਉਹਦੇ ਆਰਾਧਨਾ ਨੂੰ ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰੋ। Worship ਦਾ ਆਨੰਦ ਲੈਣ ਲਈ। ਵਰਸ਼ਿਪ ਦਾ ਆਨੰਦ ਲੈਣ ਦੇ ਲਈ ਆਓ। You just come to have good relationship more than before. Like with such a mentality, you just come. ਕਿ ਤੁਸੀਂ ਇਦਾਂ ਆਓ ਕਿ ਤੁਸੀਂ ਪ੍ਰਭੂ ਦੀ ਹਜ਼ੂਰੀ ਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਪਾ ਲਓ, ਪ੍ਰਭੂ ਨੂੰ ਹੋਰ ਵੀ ਜ਼ਿਆਦਾ ਪਾ ਲਓ, ਇਸ ਤਰੀਕੇ ਸੋਚਦੇ ਹੋ। ਤੁਸੀਂ ਇਸ ਤਰ੍ਹਾਂ ਨਾਲ ਚਰਚ ਵਿੱਚ ਆਓਗੇ, ਹੋਰ ਜ਼ਿਆਦਾ ਗਹਿਰਾ ਸੰਬੰਧ ਤੁਹਾਡਾ ਪ੍ਰਭੂ ਦੇ ਨਾਲ ਬਣ ਜਾਏਗਾ। Hallelujah. If you come with such a mentality, ਅਗਰ ਤੁਸੀਂ ਇਸ ਤਰ੍ਹਾਂ ਦੇ ਨਾਲ ਆਉਂਦੇ ਹੋ, surely God will bless you. ਤਾਂ ਖੁਦਾ ਤੁਹਾਨੂੰ ਬਰਕਤ ਦੇਗਾ। Hallelujah. And all the prayers and requests, God will listen. ਔਰ ਜਿਹੜੀਆਂ ਤੁਸੀਂ ਪ੍ਰਾਰਥਨਾ ਕਰਦੇ ਹੋ, ਖੁਦਾ ਉਹਨਾਂ ਨੂੰ ਧਿਆਨ ਦੇ ਨਾਲ Why ਸੁਣੇਗਾ। God is not hearing to your prayers? ਕਿਉਂ ਪ੍ਰਭੂ ਤੁਹਾਡੀਆਂ ਪ੍ਰਾਰਥਨਾ ਨੂੰ ਨਹੀਂ ਸੁਣਦੇ? Because He want you to make you understand. He ਤੁਹਾਨੂੰ ਸਮਝਾਉਣਾ ਚਾਹੁੰਦਾ ਹੈ। ਕਿਉਂਕਿ ਉਹ ਪ੍ਰਭੂ ਤੁਹਾਨੂੰ ਸਮਝਾਉਣਾ ਚਾਹੁੰਦਾ ਹੈ You just follow His word. ਕਿ ਤੁਸੀਂ ਉਹਦੇ ਵਚਨ ਦੀ ਆਗਿਆ ਪਾਲਣ You ਕਰੋ, just love Him ਕਿ ਤੁਸੀਂ ਉਹਨੂੰ ਪਿਆਰ ਕਰੋ। more than your prayer requests, ਤੁਹਾਡੀ ਪ੍ਰਾਰਥਨਾ ਤੋਂ ਵੀ ਜ਼ਿਆਦਾ, more than your answers. ਤੁਹਾਡੇ ਆਨਸਰ ਤੋਂ ਵੀ ਜ਼ਿਆਦਾ You just love the word of God. ਤੁਸੀਂ ਉਹਨੂੰ ਪਿਆਰ ਕਰੋ। Hallelujah. 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 There are a lot of people. ਬਹੁਤ ਸਾਰੇ ਲੋਕ ਨੇ, In 6 days they will not pray. They will not pray. ਉਹ ਪ੍ਰਾਰਥਨਾ ਨਹੀਂ ਕਰਦੇ। In 6 days they will not pray. ਉਹ 6 ਦਿਨ ਕਿਸੇ ਪ੍ਰਕਾਰ ਦੀ ਪ੍ਰਾਰਥਨਾ ਨਹੀਂ In ਕਰਦੇ। 6 days they will not read the Bible. ਉਹ ਕਿਸੇ ਵੀ ਤਰ੍ਹਾਂ ਦਾ ਬਾਈਬਲ ਨਹੀਂ ਪੜ੍ਹਦੇ। In 6 days they will not have the relationship with 6 ਦਿਨ God. ਉਹ ਕੁਝ ਵੀ ਨਹੀਂ ਕਰਦੇ, ਪ੍ਰਭੂ ਦੇ ਲਈ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਬਣਾਉਂਦੇ। And on the 7th day, ਔਰ 7ਵੇਂ ਦਿਨ and when they comes, ਜਦੋਂ ਆਉਂਦੇ ਨੇ, they will sit. ਇਸ ਜਗ੍ਹਾ ਤੇ ਬੈਠਦੇ They ਨੇ, will worship. ਉਹ ਪ੍ਰਭੂ ਦੀ ਆਰਾਧਨਾ ਕਰਦੇ They ਨੇ। will act like that no one is like them. ਉਹ ਇਸ ਤਰ੍ਹਾਂ ਕਰਦੇ ਨੇ ਜਿਵੇਂ ਕੋਈ ਕੁਝ ਨਹੀਂ ਜਾਣਦਾ, ਉਹਨਾਂ ਵਰਗਾ ਕੋਈ ਅੱਛਾ ਆਰਾਧਕ ਨਹੀਂ ਹੈ। They do like that. ਉਹ ਇਸ ਤਰ੍ਹਾਂ ਕਰਦੇ ਨੇ, They are just showing themselves. ਉਹ ਆਪਣੇ ਆਪ ਇਦਾਂ ਸ਼ੋਅ ਕਰਦੇ ਨੇ ਬਹੁਤ ਵੱਡਾ ਆਰਾਧਕ ਹੈ ਜਾਂ ਬਹੁਤ ਵੱਡਾ ਭਗਤ ਹੈ, Hallelujah. But in them there is nothing. ਪਰ ਉਹਨਾਂ ਦੇ ਅੰਦਰ ਕੁਝ ਵੀ ਨਹੀਂ ਹੈ, Because they don't have the relationship with God. ਕਿਉਂਕਿ ਉਹਨਾਂ ਦਾ ਇੱਕ ਅੱਛਾ ਸੰਬੰਧ ਪ੍ਰਭੂ ਦੇ ਨਾਲ ਨਹੀਂ ਹੈ। Hallelujah. If you pray in 6 days,
अगर तुसी 6 दिन भी प्रार्थना लगातार करते if हो, you read the Bible in अगर 6 तुसी days, बाकी 6 दिन भी बाइबल पढ़ते if हो, you read the, if you have the good relationship for God in 6 days, अगर ਜਿਹੜੇ ਦੂਸਰੇ 6 ਦਿਨ ਰਹਿੰਦੇ ਨੇ ਉਹਦੇ ਵਿੱਚ ਵੀ ਤੁਸੀਂ ਖੁਦਾ ਨਾਲ ਅੱਛਾ ਸੰਬੰਧ ਬਣਾ ਕੇ ਰੱਖਦੇ ਹੋ, the 7th day, sure God will bless you more than ਤਾਂ that. ਤੁਹਾਨੂੰ ਖੁਦਾ ਸਭ ਦਿਨ ਆਸ਼ੀਸ਼ ਕਰੇਗਾ। Hallelujah. 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 When I was in Canada, ਜਦੋਂ ਮੈਂ ਕੈਨੇਡਾ ਵਿੱਚ ਸੀ, I used to pray Monday ਮੈਂ ਸੋਮਵਾਰ ਪ੍ਰਾਰਥਨਾ ਕਰਦਾ ਸੀ to sermon which is gonna come on the Sunday. I used to pray before that. ਐਤਵਾਰ ਤੋਂ ਪਹਿਲਾਂ ਹੀ ਜਿਹੜਾ ਸੀ ਮੈਂ ਪ੍ਰਾਰਥਨਾ ਕਰਨਾ ਸ਼ੁਰੂ ਕਰ ਦਿੰਦਾ ਸੀ। Surely, I am telling seriously. ਮੈਂ ਤੁਹਾਨੂੰ ਸੱਚੀ ਦੱਸ ਰਿਹਾ ਹਾਂ, Whatever they used to preach, ਜੋ ਕੁਝ ਵੀ ਮੈਂ ਪ੍ਰਚਾਰ ਕਰਦਾ ਸੀ, जो भी प्रचार करते थे, ਜੋ ਕੁਝ ਵੀ ਉਹ ਪ੍ਰਚਾਰ ਕਰਦੇ ਸੀ, all things were you know all things were on me. ਉਹ ਜੋ ਕੁਝ ਵੀ ਉਹ ਪ੍ਰਚਾਰ ਕਰਦੇ ਸੀ ਸਭ ਕੁਝ ਮੈਨੂੰ ਪਤਾ ਹੁੰਦਾ ਸੀ। मेरे ऊपर लग जाते हैं, मैं bless हूँ. ਮੇਰੇ ਉੱਪਰ ਉਹ ਲਾਗੂ ਹੁੰਦਾ ਸੀ ਔਰ ਉਹਦੇ ਦੁਆਰਾ ਆਸ਼ੀਸ਼ ਹੁੰਦਾ ਸੀ। Hallelujah. 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 There is a love for God. ਪਰਮੇਸ਼ਰ ਦੇ ਲਈ ਪਿਆਰ ਜਿਹੜਾ ਹੋਣਾ ਬੜਾ ਜ਼ਰੂਰੀ ਹੈ। See, I'm giving you one structure how to live the right Christian life for God. ਮਤਲਬ ਕੁਝ ਦੱਸਣਾ ਚਾਹਨਾ ਕਿਸ ਤਰ੍ਹਾਂ ਇੱਕ ਮਸੀਹ ਲਾਈਫ ਹੋਣੀ ਚਾਹੀਦੀ ਹੈ। Have you seen the boyfriend girlfriend? Have you seen the boyfriend and girlfriend? ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਇੱਕ ਲੜਕਾ ਔਰ ਲੜਕੀ ਬॉयਫ੍ਰੈਂਡ ਔਰ ਗਰਲਫ੍ਰੈਂਡ ਹੁੰਦੇ ਨੇ। When they begin boyfriend girlfriend, when they are boyfriend girlfriend, ਜਦੋਂ ਇੱਕ ਦੂਜੇ ਨਾਲ boyfriend girlfriend ਬਣਦੇ ਨੇ, ਜਦੋਂ ਇੱਕ ਨਾਰਮਲ ਲੜਕਾ ਲੜਕੀ ਬॉयਫ੍ਰੈਂਡ ਗਰਲਫ੍ਰੈਂਡ ਬਣ ਜਾਂਦੇ ਨੇ, they mostly spend time with them. ਉਹ ਇੱਕ ਦੂਸਰੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਨੇ। Hallelujah. Hallelujah. If they goes far from them, if they goes far from him or her, ਅਗਰ ਉਹ ਅਲੱਗ ਹੋ ਜਾਂਦੇ ਨੇ ਜਾਂ ਇੱਕ ਦੂਸਰੇ ਦੂਰ ਚਲੇ ਜਾਂਦੇ ਨੇ, with such a word, ਅਗਰ ਇਸ ਕੰਮ ਦੇ ਕਰਦੇ ਅਗਰ ਉਹ ਕਿਸੇ ਵੀ ਕੰਮ ਦੇ ਕਰਕੇ ਇੱਧਰ ਉੱਧਰ ਚਲੇ ਜਾਂਦੇ they ਨੇ, will call, ਤਾਂ ਉਹ ਫੋਨ ਤੇ ਗੱਲ ਕਰਦੇ ਨੇ they will have a relationship. ਕਿਉਂਕਿ ਉਹਨਾਂ ਦੇ ਕੋਲ ਇੱਕ ਸੰਬੰਧ ਹੈ, ਇੱਕ ਰਿਸ਼ਤਾ ਹੈ। Hallelujah. Hallelujah. They will call each other. ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਗੱਲ ਕਰਦੇ ਨੇ। Every time they will just think, I have to do this, ਉਹ ਹਮੇਸ਼ਾ ਇਹ ਗੱਲ ਸੋਚਦੇ ਰਹਿੰਦੇ ਨੇ ਔਰ ਇਹ ਕੰਮ ਕਰਦੇ ਰਹਿੰਦੇ ਨੇ that I have to do for her or for him. ਕਿ ਮੈਂ ਉਹਦੇ ਲਈ ਕੀ ਕਰ ਸਕਾਂ ਜਾਂ ਕੀ ਕਰਾਂ। Hallelujah. ਹਾਲੇਲੂਇਆ। Their all life is based upon them only. ਉਹਨਾਂ ਦੀ ਸਾਰੀ ਜ਼ਿੰਦਗੀ ਉਹਦੇ ਉੱਪਰ ਡਿਪੈਂਡ ਹੁੰਦੀ ਹੈ। Hallelujah. Hallelujah. They will not think they will not think anything apart from her. ਉਹਦੇ ਤੋਂ ਇਲਾਵਾ ਉਹਨਾਂ ਲਈ ਕੁਝ ਵੀ ਉਹ ਸੋਚਦੇ ਨਹੀਂ ਆ, Just they will think for him or for her. ਪਰ ਬਸ ਉਹ ਇੱਕ ਦੂਸਰੇ ਲਈ ਸੋਚਦੇ ਰਹਿੰਦੇ ਨੇ। Whatever they wants to do, they will do. He will do for her or for him. ਜੋ ਕੁਝ ਉਹਨਾਂ ਨੇ ਸੋਚਣਾ, ਜੋ ਕੁਝ ਵੀ ਕਰਦੇ ਨੇ ਇੱਕ ਦੂਸਰੇ ਲਈ ਸੋਚਦੇ ਔਰ ਕਰਦੇ ਰਹਿੰਦੇ ਨੇ। Means the mostly time they will spend with them. With her. ਮਤਲਬ ਕਿ ਸਭ ਤੋਂ ਜ਼ਿਆਦਾ ਸਮੇਂ ਉਹ ਇੱਕ ਦੂਸਰੇ ਨੂੰ ਦੇਣਾ ਪਸੰਦ ਕਰਦੇ ਨੇ। In the same way, ਇਸੇ ਪ੍ਰਕਾਰ when you have love for God like this, ਜਦੋਂ ਤੁਸੀਂ ਇਸੇ ਤਰ੍ਹਾਂ ਪ੍ਰਭੂ ਨੂੰ ਪਿਆਰ ਕਰਦੇ ਹੋ, when you have love with God, resemble this, ਜਦੋਂ ਤੁਹਾਡੇ ਅੰਦਰ ਪ੍ਰਭੂ ਲਈ ਪਿਆਰ ਹੈ ਇਸੇ ਤਰ੍ਹਾਂ ਨਾਲ, sure God will bless you. ਤਾਂ ਖੁਦਾ ਤੁਹਾਨੂੰ ਬਰਕਤ ਦੇਵੇਗਾ। Because mostly you pray. ਕਿਉਂਕਿ ਹਮੇਸ਼ਾ ਤੁਸੀਂ ਪ੍ਰਾਰਥਨਾ ਕਰੋਗੇ। If you have such a love for God, ਅਗਰ ਤੁਸੀਂ ਵਾਕਿਆ ਇਸੇ ਤਰ੍ਹਾਂ ਪ੍ਰਭੂ ਨੂੰ ਪਿਆਰ ਕਰਦੇ ਹੋ, always you pray in your spirit. ਹਮੇਸ਼ਾ ਤੁਸੀਂ ਆਤਮਾ ਵਿੱਚ ਪ੍ਰਾਰਥਨਾ ਕਰਦੇ If ਹੋ। someone is speaking to you, ਕੋਈ ਅਗਰ ਤੁਹਾਨੂੰ ਕੁਝ ਬੋਲਦਾ ਹੈ, and if someone is speaking to you, ਕੋਈ ਜਦ ਤੁਹਾਨੂੰ ਕੁਝ ਬੋਲਦਾ ਹੈ, but you are busy in your spirit. ਪਰ ਤੁਸੀਂ ਹਮੇਸ਼ਾ ਆਤਮਾ ਵਿੱਚ ਬਿਜੀ ਰਹੋਗੇ। Hallelujah. Hallelujah. If you have love for God, ਅਗਰ ਤੁਹਾਡੇ ਕੋਲ ਪ੍ਰਭੂ ਦੇ ਲਈ ਪਿਆਰ ਹੈ, and this brother comes to me, ਇਹ ਭਰਾ ਮੇਰੇ ਕੋਲ ਆਉਂਦਾ ਹੈ and he's speaking to me, ਔਰ ਇਹ ਮੈਨੂੰ ਕਹਿੰਦਾ ਹੈ, he speaks to me, ਇਹ ਮੇਰੇ ਨਾਲ ਗੱਲ ਕਰਦਾ ਹੈ, he is speaking to me, ਇਹਨੇ ਮੈਨੂੰ ਆਖਿਆ, he may not बोल रहा, ਉਹੀ ਮੈਂ ਇਹ ਮੇਰੇ ਨਾਲ ਬੋਲ ਰਿਹਾ ਹੈ, but I am busy inside. ਪਰ ਮੈਂ ਆਪਣੇ ਅੰਦਰ ਬਿਜੀ ਹਾਂ। In my spirit I am busy. ਮੈਂ ਆਪਣੀ ਆਤਮਾ ਵਿੱਚ ਕਿਤੇ ਹੋਰ ਬਿਜੀ ਹਾਂ। I am talking with God. ਮੈਂ ਪਰਮੇਸ਼ਰ ਨਾਲ ਗੱਲ ਕਰ So ਰਿਹਾ don't think when you come to pastor, ਤੇ ਇਸ ਤਰ੍ਹਾਂ ਸੋਚੀ ਕਿ ਤੁਸੀਂ ਪਾਸਟਰ ਕੋਲ ਆਓ and when pastor doesn't listen to your prayer, ਤੇ ਪਾਸਟਰ ਤੁਹਾਡੀ ਗੱਲ ਵੱਲ ਧਿਆਨ ਨਾ ਦੇਵੇ, don't think he hears you, ਇਸ ਤਰ੍ਹਾਂ ਨਾ ਸੋਚਿਓ, because he is busy inside. ਕਿਉਂਕਿ ਉਹ ਜਿਹੜਾ ਹੈ ਪਰਮੇਸ਼ਰ ਨਾਲ ਬਿਜੀ ਆਤਮਾ ਵਿੱਚ। Hallelujah. Hallelujah. He is talking from his spirit to God. ਉਹ ਆਪਣੀ ਆਤਮਾ ਦੁਆਰਾ ਪ੍ਰਭੂ ਨਾਲ ਗੱਲ ਕਰ ਰਿਹਾ ਹੈ। Hallelujah. ਹਾਲੇਲੂਇਆ। Just to make a structure every day. ਇਸੇ Make a structure your day for your day life. ਇਸ ਤਰ੍ਹਾਂ ਦਾ ਢਾਂਚਾ, ਇਸ ਤਰ੍ਹਾਂ ਤਰੀਕਾ ਰੋਜ਼ਾਨਾ ਲਾਈਫ ਚ ਬਣਾਈਏ ਪ੍ਰਭੂ ਦੇ ਲਈ। How much you can pray? ਕਿੰਨੀ ਜ਼ਿਆਦਾ ਤੁਸੀਂ ਪ੍ਰਾਰਥਨਾ ਕਰਦੇ ਹੋ? You see,
just to make a structure for God, ਜਦੋਂ ਤੁਸੀਂ ਪ੍ਰਭੂ ਦੇ ਲਈ ਇਸ ਤਰ੍ਹਾਂ ਕਰਦੇ ਹੋ that every day ਤਦ ਰੋਜ਼ਾਨਾ I have to pray 2 hours or 3 hours. ਜਦੋਂ ਮੈਂ 2 ਘੰਟੇ ਜਾਂ 3 ਘੰਟੇ ਪ੍ਰਾਰਥਨਾ ਕਰਦਾ ਹਾਂ ਇਹਦਾ ਸਟਰਕਚਰ ਬਣਾਓ ਕਿ ਮੈਂ ਹਰ ਰੋਜ਼ ਪ੍ਰਾਰਥਨਾ ਕਰਾਂ, ਹਰ ਰੋਜ਼ ਪ੍ਰਾਰਥਨਾ। ਇਸ ਤਰ੍ਹਾਂ ਦਾ ਤਰੀਕਾ ਜਾਂ ਇਸ ਤਰ੍ਹਾਂ ਦਾ ਢਾਂਚੇ ਨੂੰ ਆਪਣੀ ਜ਼ਿੰਦਗੀ ਵਿੱਚ ਬਣਾਓ ਕਿ ਮੈਂ ਹਰ ਰੋਜ਼ 2 ਘੰਟੇ 3 ਘੰਟੇ 4 ਘੰਟੇ ਪ੍ਰਾਰਥਨਾ Just ਕਰਾਂ to make a plan for your life. ਤਦ ਤੁਸੀਂ ਉਸ Make a plan. Plan ਬਣਾਓ। ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਦੇ ਟਾਈਮ ਦੇ ਲਈ ਇੱਕ ਪਲਾਨ ਨੂੰ ਬਣਾਓ ਪ੍ਰਾਰਥਨਾ ਕਰਨ ਦੇ ਲਈ। Hallelujah. ਹਾਲੇਲੂਇਆ। That 4 o'clock I should be in the prayer room. 4 ਵਜੇ ਮੈਂ ਉੱਠ ਕੇ ਪ੍ਰਾਰਥਨਾ ਕਰਨੀ ਹੀ ਕਰਨੀ ਹੈ। The 6 o'clock I should be in the church. 6 ਵਜੇ ਮੈਂ ਚਰਚ ਵਿੱਚ ਆਣਾ ਹੀ ਆਣਾ ਹੈ। And 7 o'clock I must read the Bible. 7 ਵਜੇ ਮੈਂ ਰੋਜ਼ਾਨਾ ਬਾਈਬਲ ਪੜ੍ਹਨੀ ਹੀ ਪੜ੍ਹਨੀ ਹੈ। Just take a decision. ਇਹ ਇੱਕ ਫੈਸਲਾ ਹੈ। Just take a decision. ਇਹ ਇਸ ਤਰ੍ਹਾਂ ਦੇ ਫੈਸਲੇ ਲੈਣਾ ਸ਼ੁਰੂ ਕਰੋ। As Daniel took decision. ਡੈਨੀਅਲ ਨੇ ਇਸੇ ਤਰ੍ਹਾਂ ਫੈਸਲਾ ਲਿਆ। There was a lot of terrible situations before him. ਉਸ ਸਮੇਂ ਬਹੁਤ ਸਾਰੀ ਮੁਸ਼ਕਿਲ ਹਾਲਾਤ ਡੈਨੀਅਲ ਦੇ ਸਾਹਮਣੇ ਆ ਗਏ। But he did not, fight from any situation. ਉਹ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਤੋਂ ਨਹੀਂ ਡਰਿਆ। He just took the decision for God. ਪਰ ਉਹਨੇ ਪਰਮੇਸ਼ਰ ਦੇ ਲਈ ਇੱਕ ਫੈਸਲਾ ਲਿਆ And he just followed the word of God. ਔਰ ਉਹਨੇ ਖੁਦਾ ਦੇ ਵਚਨ ਦੀ ਆਗਿਆ ਪਾਲਣਾ ਕੀਤੀ। Bible says no one like Daniel was there in the Babylonian kingdom. ਬਾਈਬਲ ਦੱਸਦੀ ਹੈ ਡੈਨੀਅਲ ਦੀ ਤਰ੍ਹਾਂ ਉਸ ਬੇਬੀਲੋਨ ਦੇ ਰਾਜ ਵਿੱਚ ਕੋਈ ਇਨਸਾਨ ਨਹੀਂ ਸੀ ਜਿਸ ਤਰ੍ਹਾਂ ਡੈਨੀਅਲ ਸੀ। Hallelujah. Hallelujah. Bible says God blessed him so much with the wisdom. ਬਾਈਬਲ ਦੱਸਦੀ ਹੈ ਪਰਮੇਸ਼ਰ ਨੇ ਡੈਨੀਅਲ ਨੂੰ ਅਦਭੁਤ ਬੁੱਧੀ ਔਰ ਸਮਝ ਨਾਲ ਭਰ ਦਿੱਤਾ। And God blessed him spiritually. ਪਰਮੇਸ਼ਰ ਨੇ ਆਤਮਿਕ ਰੀਤੀ ਨਾਲ ਵੀ ਡੈਨੀਅਲ ਨੂੰ ਬਰਕਤ ਦਿੱਤੀ। God opened his 5 senses. ਪਰਮੇਸ਼ਰ ਨੇ ਉਹਦੀ ਅਲੌਕਿਕ ਸ਼ਕਤੀਆਂ ਨੂੰ ਖੋਲ ਦਿੱਤਾ। Hallelujah. Hallelujah. How he got the 5 senses, how he got the divinely power. ਕਿਸ ਤਰ੍ਹਾਂ ਅਸੀਂ ਅਦਭੁਤ ਸ਼ਕਤੀ ਨੂੰ ਪਾ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਆਤਮਿਕ ਇੰਦਰੀਆਂ ਨੂੰ ਖੋਲ ਸਕਦੇ ਹਾਂ, How to grow spiritually. ਕਿਸ ਤਰ੍ਹਾਂ ਅਸੀਂ ਆਤਮਾ ਵਿੱਚ ਵੱਧ ਸਕਦੇ ਹਾਂ, How to get the prayer answers from God. ਕਿਸ ਤਰ੍ਹਾਂ ਪ੍ਰਭੂ ਦੇ ਕੋਲੋਂ ਪ੍ਰਾਰਥਨਾ ਦੇ ਉੱਤਰ ਨੂੰ ਅਸੀਂ ਪਾ ਸਕਦੇ ਹਾਂ। Not by prayer. ਸਿਰਫ ਆਪਣੀ ਪ੍ਰਾਰਥਨਾ ਦੁਆਰਾ ਨਹੀਂ, Not by taking fasting. ਸਿਰਫ ਆਪਣੇ ਉਪਵਾਸਾਂ ਦੁਆਰਾ ਨਹੀਂ, Just by following the word of God. ਸਿਰਫ ਖੁਦਾ ਦੇ ਵਚਨ ਦੀ ਆਗਿਆ ਪਾਲਣ ਕਰੀਏ। You must love the word of God. ਜ਼ਰੂਰੀ ਹੈ ਕਿ ਤੁਸੀਂ ਖੁਦਾ ਦੇ ਵਚਨ ਨੂੰ ਪਿਆਰ ਕਰੋ। You must take decision that every day I have to read 24 chapters or 5 chapters. ਤੁਸੀਂ ਆਪਣੀ ਜ਼ਿੰਦਗੀ ਵਿੱਚ ਪੱਕਾ ਇਸ ਗੱਲ ਨੂੰ ਬਣਾਓ ਕਿ ਮੈਂ ਰੋਜ਼ਾਨਾ ਬਾਈਬਲ ਦੇ ਇੰਨੇ ਅਧਿਆਇ ਪੜ੍ਹਨੇ ਹੀ ਪੜ੍ਹਨੇ ਹਨ। Hallelujah. Hallelujah. You must take decision that every day I have to pray more than 2 hours. ਤੁਹਾਨੂੰ ਫੈਸਲਾ ਲੈਣਾ ਪਏਗਾ ਕਿ ਮੈਂ ਰੋਜ਼ਾਨਾ 2 ਘੰਟੇ ਪ੍ਰਾਰਥਨਾ ਕਰਨੀ ਹੀ ਕਰਨੀ ਹੈ। You know, in the couple of days ago, ਕੁਝ ਦਿਨ ਪਹਿਲਾਂ God told me very clearly one thing. ਪਰਮੇਸ਼ਰ ਨੇ ਇੱਕ ਬੜੇ ਕਲੀਅਰ ਤਰੀਕੇ ਨਾਲ ਮੇਰੇ ਨਾਲ ਗੱਲ ਕੀਤੀ। Listen, everyone. ਪਿੱਛੇ ਬੜੇ ਧਿਆਨ ਨਾਲ ਸੁਣੀ, ਗੱਲਾਂ ਨਾ ਕਰੀਏ ਪਲੀਜ਼। ਗੱਲਾਂ ਨਾ ਕਰੋ ਪਿੱਛੇ, ਤੁਸੀਂ ਜਿੰਨੇ ਗੱਲਾਂ ਕੀਤੇ ਮੈਂ ਇੱਥੇ ਜਾਣਾ। अब बंद कर दो सारा कुछ, पीछे बंद कर दो, नहीं चाहिए। पानी पानी बंद करो पीछे, सीधा कर दो, प्रभु की बेइज्जती कर दो। परमेश्वर के वचन का आदर करिए, गल्ला ना करिए। पीछे पानी बंद करो, किसी ने नहीं बोलना। हालेलुया, हालेलुया। इधर देखो सब, लुक एट मी। सब इधर ध्यान दिए प्रभु के वचन वाल। अब बच्चे, अब कौन है? अब बच्चे सब बताओ, पीछे बताओ, गड़बड़ नहीं डिस्टर्ब ना करिए। हालेलुया, हालेलुया। See, look at me. इधर देखिए, In a couple of days before, कुछ दिन पहला God said one thing very clearly to me. परमेश्वर ने बड़े अच्छे तरीके ਨਾਲ ਮੇਰੇ ਨਾਲ ਗੱਲ ਕੀਤੀ, ਕਲੀਅਰਲੀ ਗੱਲ ਕੀਤੀ। And God said, you people have been praying for the members of church. ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਜੇ ਚਰਚ ਦੇ ਮੈਂਬਰਾਂ ਦੇ ਲਈ That you people are praying, you people are keep on praying. ਤੁਸੀਂ ਪ੍ਰਾਰਥਨਾ ਕਰਦੇ ਜਾ ਰਹੇ ਹੋ। ਤੁਸੀਂ ਜਿਹੜੇ ਹੋ ਪ੍ਰਾਰਥਨਾ ਕਰਦੇ ਜਾ ਰਹੇ To ਹੋ get the blessing. ਔਰ ਪ੍ਰਭੂ ਦੇ ਕੋਲ ਬਰਕਤ ਪਾਉਂਦੇ ਹੋ। ਬਰਕਤ ਪਾਉਣ ਦੀ ਪ੍ਰਾਰਥਨਾ ਕਰਦੇ ਜਾ ਰਹੇ ਹੋ। ਤੁਸੀਂ ਪ੍ਰਾਰਥਨਾ ਕਰਦੇ ਜਾ ਰਹੇ ਹੋ ਕਿ ਖੁਦਾ ਤੁਹਾਨੂੰ ਬਰਕਤ ਦੇਵੇ। But God said one thing to me. ਪਰ ਪਰਮੇਸ਼ਰ ਨੇ ਇੱਕ ਗੱਲ ਦੱਸੀ। He said, ਉਹਨੇ ਆਖਿਆ you are praying. ਤੁਹਾਡੀ ਪ੍ਰਾਰਥਨਾਵਾਂ, You people are praying. ਤੁਸੀਂ ਲਗਾਤਾਰ ਪ੍ਰਾਰਥਨਾ ਕਰ ਰਹੇ ਹੋ, But the members are, they are not able to take that blessing. ਪਰ ਕੁਝ ਲੋਕ ਨੇ ਜਿਹੜੇ ਬਰਕਤ ਨੂੰ ਪ੍ਰਾਪਤ ਨਹੀਂ ਕਰ ਰਹੇ ਔਰ ਨਾ ਉਸ ਬਰਕਤ ਨੂੰ ਪ੍ਰਾਪਤ ਕਰਨ ਦੇ ਯੋਗ ਨੇ। He said to me ਉਹਨੇ ਮੈਨੂੰ ਆਖਿਆ that I want to bless these people. ਮੈਂ ਇਹਨਾਂ ਲੋਕਾਂ ਨੂੰ ਆਸ਼ੀਸ਼ਿਤ ਕਰਨਾ ਚਾਹੁੰਦਾ But ਹਾਂ, these people don't deserve to get that blessing. ਪਰ ਇਹ ਲੋਕ ਇਸ ਯੋਗ ਹੀ ਨਹੀਂ ਕਿ ਮੈਂ ਇਹਨਾਂ ਨੂੰ ਬਰਕਤ ਦੇਵਾਂ, Because they don't pray. ਕਿਉਂਕਿ ਇਹ ਪ੍ਰਾਰਥਨਾ ਨਹੀਂ ਕਰਦੇ। He said they don't have any relationship with me. ਇਹਨਾਂ ਦਾ ਕੋਈ ਵੀ ਸੰਬੰਧ ਅੱਛਾ ਨਹੀਂ ਹੈ ਪ੍ਰਭੂ ਦੇ ਨਾਲ। He said there are a lot of people ਬਹੁਤ ਸਾਰੇ ਲੋਕ ਨੇ that don't pray also.
और वो प्रार्थना नहीं करते and they don't obey they don't obey the instructions of God. और ना ही खुदा दे वचन का आज्ञा पालन करते And ने God said, then how can I bless them? ते प्रभु कहते मैं किस तरह इन्हें आशीषित करा Hallelujah. हालेलुया Hallelujah. हालेलुया We don't have the right relationship with God. अगर क्योंकि साडा एक अच्छा संबंध प्रभु दे नाल नहीं है Hallelujah. That's why God is not blessing to you. इस करके खुदा ਤੁਹਾਨੂੰ ਬਰਕਤ ਨਹੀਂ ਦੇ ਰਿਹਾ Very clearly said to me. बहुत क्लियरली तरीके ਨਾਲ खुदा ने मेरे ਨਾਲ ਗੱਲ ਕੀਤੀ Hallelujah. Because I was praying for you people. क्योंकि मैं ਤੁਹਾਡੇ ਲਈ ਪ੍ਰਾਰਥਨਾ ਕਰਦਾ And ਹਾਂ God said to me, और परमेश्वर ने ਮੈਨੂੰ ਆਖਿਆ He says there are a lot of people, ਉਹਨੇ ਆਖਿਆ ਇਸ ਗੱਲ ਬਹੁਤ ਸਾਰੇ ਲੋਕ ਨੇ when situations comes in their life, ਜਦੋਂ ਮੁਸ਼ਕਲਾਂ ਇਹਨਾਂ ਦੀ ਜ਼ਿੰਦਗੀ ਚ ਆਉਂਦੀਆਂ ਨੇ they turns from me. ਔਰ ਇਹ ਮੇਰੇ ਤੋਂ ਮੁੜ ਜਾਂਦੇ ਨੇ Hallelujah. They don't want to obey my word. ਇਹ ਉਸ ਸਮੇਂ ਮੇਰੀ ਵਚਨ ਦੀ ਆਗਿਆ ਪਾਲਣ ਨਹੀਂ ਕਰਦੇ Then God said, how I can bless ਤੇ them? ਪ੍ਰਭੂ ਕਹਿੰਦਾ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਬਰਕਤ ਦੇਵਾਂ Hallelujah. Hallelujah. Those who pray every day, two hours, just raise your hand. ਕਿੰਨੇ ਲੋਕ ਰੋਜ਼ਾਨਾ ਪ੍ਰਾਰਥਨਾ ਕਰਦੇ ਨੇ ਕਿੰਨੇ ਲੋਕ ਜਿਹੜੇ 2 ਘੰਟੇ ਪ੍ਰਾਰਥਨਾ ਕਰਨਗੇ ਕਰਦੇ ਵੀ ਨਹੀਂ ਜਿਹੜੇ ਕਰਦੇ 2 ਘੰਟੇ ਪ੍ਰਾਰਥਨਾ 2 ਘੰਟੇ ਜਿਹੜੇ ਪ੍ਰਾਰਥਨਾ ਕਰਦੇ ਰੋਜ਼ਾਨਾ ਹੱਥ ਖੜਾ ਕਰੀਏ 2 ਘੰਟੇ 2 ਸਿਰਫ 2 ਜਣ 3 3 ਜਣ 2 hours. How many prays every day for 2 hours? Raise your hand. ਹੱਥ ਖੜੇ ਕਰੀਏ ਆਪਣੇ 2 ਘੰਟੇ ਆਰਾਮ ਕਰੀਏ. ਕਿੰਨੇ ਲੋਕ 2 ਘੰਟੇ ਪ੍ਰਾਰਥਨਾ ਕਰਦੇ ਰੋਜ਼ਾਨਾ I'm telling you truth. ਮੈਂ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਹਾਂ If you don't pray, ਅਗਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ and if you goes to any church, ਅਗਰ ਤੁਸੀਂ ਕਿਸੇ ਵੀ ਚਰਚ ਵਿੱਚ ਜਾਂਦੇ ਹੋ if you goes to any pastor, ਕਿਸੇ ਵੀ ਪਾਸਟਰ ਦੇ ਕੋਲ ਜਾਂਦੇ he will ਹੋ also not bless you. ਉਹ ਵੀ ਤੁਹਾਨੂੰ ਆਸ਼ੀਸ਼ ਨਹੀਂ ਕਰ ਸਕਦਾ Because the same Jesus is here. ਕਿਉਂਕਿ ਉਹੀ ਯਿਸੂ ਇਸ ਜਗ੍ਹਾ ਤੇ And the ਹੈ same Jesus is there. ਉਹੀ ਯਿਸੂ ਇਸ ਜਗ੍ਹਾ ਤੇ ਹੈ Hallelujah. ਹਾਲੇਲੂਇਆ If you are not right with God, ਅਗਰ ਤੁਸੀਂ ਪਰਮੇਸ਼ਰ ਦੇ ਨਾਲ ਸਹੀ ਨਹੀਂ ਹੋ God will not bless you. ਤੇ ਪ੍ਰਭੂ ਤੁਹਾਨੂੰ ਬਰਕਤ ਨਹੀਂ ਦੇਗਾ Whether you or me. ਚਾਹੇ ਮੈਂ ਔਰ ਤੁਸੀਂ ਹੋ Hallelujah. ਹਾਲੇਲੂਇਆ Bible says the word of God does not favoritism. ਬਾਈਬਲ ਦੱਸਦੀ ਹੈ ਕਿ ਪ੍ਰਭੂ ਕਿਸੇ ਨਾਲ ਪੱਖਪਾਤ ਨਹੀਂ ਕਰਦਾ Hallelujah. Hallelujah. If you sow your seed, ਅਗਰ ਤੁਸੀਂ ਆਪਣੇ ਬੀਜ ਨੂੰ ਬੋਂਦੇ ਹੋ then you will reap. ਤਾਂ ਤੁਸੀਂ ਉਹਨੂੰ ਵੱਢਦੇ ਵੀ ਹੋ Hallelujah. ਹਾਲੇਲੂਇਆ When you begin to sow your seed with widely heart, ਅਗਰ ਤੁਸੀਂ ਖੁੱਲੇ ਦਿਲ ਦੇ ਨਾਲ ਬੀਜਦੇ ਹੋ then surely God will bless you with widely heart. ਤਾਂ ਖੁਦਾ ਤੁਹਾਨੂੰ ਖੁੱਲੇ ਦਿਲ ਨਾਲ ਬਰਕਤ ਦੇਵੇਗਾ Hallelujah. ਹਾਲੇਲੂਇਆ Hallelujah. I think last year I told one thing. ਪਿਛਲੇ ਸਾਲ ਮੈਂ ਇੱਕ ਗੱਲ ਸ਼ੇਅਰ ਕੀਤੀ ਸੀ That God is gonna give me 1 lakh rupee. ਪਰਮੇਸ਼ਰ ਮੈਨੂੰ 1 ਲੱਖ ਰੁਪਇਆ ਦੇਵੇਗਾ I just told him. How many remember? ਕਿੰਨੇ ਲੋਕਾਂ ਨੂੰ ਪਤਾ ਮੈਂ ਇਸ ਗੱਲ ਨੂੰ ਬੋਲਿਆ ਸੀ Hallelujah. ਹਾਲੇਲੂਇਆ Hallelujah. ਹਾਲੇਲੂਇਆ If you are faithful for God, ਅਗਰ ਤੁਸੀਂ ਪ੍ਰਭੂ ਦੇ ਨਾਲ ਵਫਾਦਾਰ ਹੋ God will surely bless ਤੇ you. ਪੱਕਾ ਹੈ ਕਿ ਖੁਦਾ ਤੁਹਾਨੂੰ ਬਰਕਤ ਦੇਵੇਗਾ Hallelujah. ਹਾਲੇਲੂਇਆ I told last year, ਮੈਂ ਪਿਛਲੇ ਸਾਲ ਇਸ ਗੱਲ ਨੂੰ ਬੋਲਿਆ ਸੀ and this time God has given. ਤਾਂ ਇਸ ਸਾਲ ਵਿੱਚ ਖੁਦਾ ਨੇ ਮੈਨੂੰ ਉਹ ਦੇ ਦਿੱਤਾ Hallelujah. Hallelujah. You can see on the roof. You can see. ਤੁਸੀਂ ਦੇਖਦੇ ਹੋ ਇਹਨਾਂ ਸਾਰੇ ਕੰਮਾਂ ਨੂੰ Hallelujah. Hallelujah. This is not just I'm telling lie. ਮੈਂ ਕਿਸੇ ਵੀ ਪ੍ਰਕਾਰ ਦਾ ਕੋਈ ਝੂਠ ਨਹੀਂ ਬੋਲ ਰਿਹਾ I'm telling the fact. ਮੈਂ ਤੁਹਾਨੂੰ ਇੱਕ ਫੈਕਟ ਨੂੰ ਦੱਸ ਰਿਹਾ ਹਾਂ If you love God, ਅਗਰ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ if you obey the word of God, ਔਰ ਤੁਸੀਂ ਖੁਦਾ ਦੇ ਵਚਨ ਨੂੰ ਪਾਲਨ ਕਰਦੇ ਹੋ no matter the world destroys or not. ਕੋਈ ਮਾਇਨੇ ਨਹੀਂ ਰੱਖਦਾ ਕਿ ਸੰਸਾਰ ਵਿੱਚ ਕੀ ਹੋ ਰਿਹਾ ਹੈ ਸੰਸਾਰ ਤਬਾਹ ਹੋ ਰਿਹਾ ਹੈ. ਸੰਸਾਰ ਤਬਾਹ ਹੋ ਰਿਹਾ ਹੈ ਕੁਝ ਵੀ ਹੋ ਰਿਹਾ ਹੈ One thing I know. ਪਰ ਇੱਕ ਗੱਲ ਮੈਂ ਜਾਣਦਾ ਹਾਂ If you are right with God, ਅਗਰ ਤੁਸੀਂ ਪਰਮੇਸ਼ਰ ਦੇ ਨਾਲ ਸਹੀ ਹੋ every day God will raise you. ਹਰ ਦਿਨ ਖੁਦਾ ਤੁਹਾਨੂੰ ਉਠਾਵੇਗਾ Every day God will bless you. ਹਰ ਦਿਨ ਖੁਦਾ ਤੁਹਾਨੂੰ ਬਰਕਤ ਦੇਵੇਗਾ Hallelujah. Hallelujah. Every day you will see the testimonies in you. ਹਰ ਦਿਨ ਤੁਸੀਂ ਆਪਣੀ ਜ਼ਿੰਦਗੀ 'ਚ ਗਵਾਹੀ ਨੂੰ ਦੇਖੋਗੇ Every day you will see the testimonies in your family. ਹਰ ਦਿਨ ਤੁਸੀਂ ਆਪਣੇ ਪਰਿਵਾਰ ਵਿੱਚ ਗਵਾਹੀਆਂ ਨੂੰ ਦੇਖੋਗੇ Hallelujah. ਹਾਲੇਲੂਇਆ Be faithful for God. ਪਰਮੇਸ਼ਰ ਦੇ ਨਾਲ ਵਫਾਦਾਰ ਰਹੋ You should walk in the word of God. ਤੁਹਾਨੂੰ ਜ਼ਰੂਰਤ ਹੈ ਕਿ ਖੁਦਾ ਦੇ ਵਚਨ ਦੇ ਨਾਲ ਕੰਮ ਕਰਨਾ ਸ਼ੁਰੂ ਕਰੋ You know, I have experienced one thing. ਮੇਰੇ ਕੋਲ ਇੱਕ ਗੱਲ ਦਾ ਐਕਸਪੀਰੀਅੰਸ ਹੈ When you comes in the Christian life, ਜਦੋਂ ਤੁਸੀਂ ਇੱਕ ਮਸੀਹੀ ਲਾਈਫ ਵਿੱਚ ਜਿੰਦੇ ਹੋ firstly you will suffer more things. ਪਹਿਲੀ ਗੱਲ ਕਿ ਤੁਸੀਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋ When you have the new experience, ਅਗਰ ਤੁਹਾਡੇ ਕੋਲ ਇੱਕ ਨਵਾਂ ਐਕਸਪੀਰੀਅੰਸ ਹੈ ਜਦੋਂ ਨਵਾਂ experience ਹੋਏਗਾ, ਜਦੋਂ ਤੁਹਾਨੂੰ ਨਵਾਂ ਐਕਸਪੀਰੀਅੰਸ ਹੋਵੇਗਾ you know
more problems will come in your life. ਬਹੁਤ ਸਾਰੀਆਂ ਮੁਸ਼ਕਲਾਂ ਹੋ ਸਕਦਾ ਤੁਹਾਡੀ ਜ਼ਿੰਦਗੀ ਚ ਉਸ ਸਮੇਂ ਆਉਣ। But I'm telling you the fact. ਮੈਂ ਤੁਹਾਨੂੰ ਉਸ ਗੱਲ ਨੂੰ ਦੱਸ ਰਿਹਾ ਹਾਂ, If you stand firm in those situations, ਅਗਰ ਤੁਸੀਂ ਇਹਨਾਂ ਸਾਰੇ ਹਾਲਾਤਾਂ ਵਿੱਚ ਖੜੇ ਰਹਿੰਦੇ ਹੋ, and in the last you will see the greatest ਔਰ result in your life. ਅੰਤ ਵਿੱਚ ਤੁਸੀਂ ਆਪਣੀ ਜ਼ਿੰਦਗੀ 'ਚ ਰਿਜ਼ਲਟ ਨੂੰ ਦੇਖੋਗੇ। Hallelujah. ਹਾਲੇਲੂਇਆ, Hallelujah. ਹਾਲੇਲੂਇਆ। Just feel God in your heart. Just feel Him. ਪਰਮੇਸ਼ਰ ਨੂੰ ਮਹਿਸੂਸ ਕਰੋ ਆਪਣੇ ਦਿਲ ਦੇ ਨਾਲ। Hallelujah. Hallelujah. Feel Him from the inside. ਆਪਣੇ ਦਿਲ ਦੇ ਵਿੱਚ ਆਪਣੀ ਗਹਿਰਾਈ ਦੇ ਨਾਲ ਉਹਨੂੰ ਮਹਿਸੂਸ ਕਰੋ। Don't come with such a with such a wicked mentality. ਇੱਕ ਸੰਸਾਰਿਕ ਸੋਚ ਜਾਂ ਅਧਰਮੀ ਵਾਲੀ ਸੋਚ ਦੇ ਨਾਲ ਨਾ ਆਈਏ ਚਰਚ ਵਿੱਚ। Come in church to love God. ਚਰਚ ਵਿੱਚ ਤੁਹਾਡੇ ਪ੍ਰਭੂ ਦੇ ਨਾਲ ਪਿਆਰ ਦੇ ਮਨ ਦੇ ਨਾਲ ਆਓ। Hallelujah. 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 What do you think? There were a lot of people with the Daniel. ਅਸੀਂ ਜਦੋਂ ਡੈਨੀਅਲ ਨੂੰ ਦੇਖਦੇ ਹਾਂ, ਬਹੁਤ ਸਾਰੇ ਲੋਕ ਜਿਹੜੇ ਡੈਨੀਅਲ ਦੇ ਮੰਨਦੇ Daniel the Nazi. ਡੈਨੀਅਲ ਦੇ ਨਾਲ ਉਸ ਜਗ੍ਹਾ ਤੇ, And they would have said that just Daniel, you are fool, you are just stupid, you are idiot, just why you are obeying the word of God? ਉਸ ਜਗ੍ਹਾ ਤੇ ਹੋ ਸਕਦਾ ਡੈਨੀਅਲ ਦੇ ਲੋਕਾਂ ਨੇ ਆਖਿਆ ਹੋਵੇ You stupid. ਕਿ ਤੂੰ ਮੂਰਖ ਹੈ, ਤੂੰ ਇਸ ਤਰ੍ਹਾਂ ਦਾ ਫੈਸਲਾ ਲੈ ਰਿਹਾ ਹਾਂ, Why are you obeying the word of God? ਕਿਉਂ ਤੂੰ ਪ੍ਰਭੂ ਦੇ ਵਚਨ ਦੀ ਪਾਲਣਾ ਕਰ ਰਿਹਾ ਹੈ? They would have said that why you are obeying the word of God, what He has given to us. क्यों मान रहे हैं मुझे की ਔਰ ਬਹੁਤ ਸਾਰੇ ਲੋਕਾਂ ਨੇ ਡੈਨੀਅਲ ਨੂੰ ਉਸ ਸਮੇਂ ਕਿਹਾ ਹੋਵੇਗਾ ਕਿ ਡੈਨੀਅਲ ਤੂੰ ਕਿਉਂ ਪ੍ਰਭੂ ਦੇ ਪਿੱਛੇ ਚੱਲ ਰਿਹਾ, ਤੈਨੂੰ ਕੀ ਦਿੱਤਾ ਪਰਮੇਸ਼ਵਰ ਨੇ? But he said one thing. ਪਰ ਉਹਨੇ ਇੱਕ ਗੱਲ ਬੋਲੀ, Whatever my parents told me, ਮੇਰੇ ਮਾਂ-ਬਾਪ ਨੇ ਮੈਨੂੰ ਜੋ ਬੋਲਿਆ ਹੈ, Daniel said, whatever my parents, my priest told me, ਜੋ ਕੁਝ ਵੀ ਮੈਨੂੰ ਮੇਰੇ ਮਾਂ-ਬਾਪ ਔਰ ਮੇਰੇ ਅਗੂਆਂ ਨੇ ਬੋਲਿਆ ਹੈ, I must do that. ਮੈਂ ਉਹੀ ਕਰਾਂਗਾ। Hallelujah. ਹਾਲੇਲੂਇਆ। When you goes in the market ਜਦੋਂ ਤੁਸੀਂ ਬਾਜ਼ਾਰ ਵਿੱਚ ਜਾਂਦੇ ਹੋ with your friends, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, and when they begin to speak falsely, ਜਦੋਂ ਉਹ ਗਲਤ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰਦੇ and ਨੇ, when they एक दूसरे में करते हैं, ਜਦੋਂ ਇੱਕ ਦੂਸਰੇ ਨਾਲ ਗੱਲ ਕਰਦੇ and ਨੇ, when they gossip each other, ਜਦੋਂ ਇੱਕ ਦੂਸਰੇ ਦੀਆਂ ਚੁਗਲੀਆਂ ਕਰਦੇ ਨੇ ਉਹ ਲੋਕ, will you be in them or not? Will you be in them? ਕਿ ਤੁਸੀਂ ਉਹਨਾਂ ਦੇ ਵਿੱਚ ਰਹੋਗੇ, ਉਹਨਾਂ ਵਾਂਗ ਕਰੋਗੇ ਜਾਂ ਨਹੀਂ ਕਰੋਗੇ? Hallelujah. Hallelujah. In this type of situations, you have to take decisions. ਕਿਉਂਕਿ ਜਦੋਂ ਇਸ ਤਰ੍ਹਾਂ ਦੀ ਹਾਲਾਤ ਸਾਡੀ ਜ਼ਿੰਦਗੀ ਚ ਹੁੰਦੇ ਨੇ ਤਾਂ ਅਸੀਂ ਇੱਕ ਫੈਸਲਾ ਲੈਣਾ ਹੁੰਦਾ ਹੈ। Just suppose that many friends are with you. ਉਹ ਸੋਚੋ ਕਿ ਜਿਵੇਂ ਬਹੁਤ ਸਾਰੇ ਲੋਕ, ਬਹੁਤ ਸਾਰੇ ਤੁਹਾਡੇ ਮਿੱਤਰ ਦੋਸਤ ਤੁਹਾਡੇ ਕੋਲ ਨੇ, They are speaking such a wicked tongue, with such a wicked tongue. ਔਰ ਉਹ ਬਹੁਤ ਪ੍ਰਕਾਰ ਦੀ ਬੁਰਾਈ ਨੂੰ ਜਗ੍ਹਾ ਤੇ ਬੋਲ ਰਹੇ ਨੇ। Will you escape from there or not? ਤੁਸੀਂ ਉਸ ਜਗ੍ਹਾ ਤੇ ਉਹਨਾਂ ਦੇ ਨਾਲ ਰਹੋਗੇ ਜਾਂ ਉਸ ਜਗ੍ਹਾ ਤੋਂ ਚਲੇ ਜਾਓਗੇ? What will you do? ਤੁਸੀਂ ਕੀ ਕਰੋਗੇ? Tell me. ਦੱਸੋ। Yes or no? ਉਹਨਾਂ ਦੇ ਨਾਲ ਰਹੋਗੇ ਜਾਂ ਉਹਨਾਂ ਵਿੱਚੋਂ ਨਿਕਲ ਜਾਓਗੇ? ਨਿਕਲ ਜਾਓ। Hallelujah. This is, when you have zeal for God, ਅਗਰ ਤੁਹਾਡੇ ਅੰਦਰ ਪ੍ਰਭੂ ਦੇ ਲਈ ਜੋਸ਼ ਭਰਿਆ ਹੋਇਆ ਹੈ, surely when this situations comes to you, ਪੱਕਾ ਹੈ ਕਿ ਜਦੋਂ ਇਦਾਂ ਦੇ ਹਾਲਾਤ ਤੁਹਾਡੀ ਜ਼ਿੰਦਗੀ ਚ ਹੋਣਗੇ, you will escape from ਤਾਂ them. ਤੁਸੀਂ ਉਹਨਾਂ ਨੂੰ ਛੱਡ ਕੇ ਉਸ ਜਗ੍ਹਾ ਤੇ ਚਲੇ ਜਾਓਗੇ। Hallelujah. You will obey the word of God. ਤੁਸੀਂ ਪ੍ਰਭੂ ਦੇ ਵਚਨ ਦੀ ਆਗੇ ਪਾਲਣ ਕਰੋਗੇ। And when God will look to you, ਜਦੋਂ ਖੁਦਾ ਤੁਹਾਨੂੰ ਦੇਖਦਾ ਹੈ and He will bless you. ਤਾਂ ਖੁਦਾ ਤੁਹਾਨੂੰ ਦੇਖ ਕੇ ਬਲੈਸ ਕਰੇਗਾ। Hallelujah. Hallelujah. Here your prayer is not needed. ਇਸ ਜਗ੍ਹਾ ਤੇ ਫਿਰ ਤੁਹਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ ਹੈ। No need to take fast walk. ਤੁਹਾਨੂੰ ਬਹੁਤ ਸਾਰੇ ਵਰਤ ਰੱਖਣ ਦੀ ਜ਼ਰੂਰਤ ਨਹੀਂ ਹੈ। No need to get harm. ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੋਵੇਗਾ। But one thing, when you act upon the word of God, ਜਦੋਂ ਤੁਸੀਂ ਖੁਦਾ ਦੇ ਵਚਨ ਅਨੁਸਾਰ ਇਹ ਸਭ ਕਰੋਗੇ, sure God will bless you. ਪੱਕਾ ਦਰ ਖੁਦਾ ਬਰਕਤ। Bible says He knows the heart of His people. ਬਾਈਬਲ ਦੱਸਦੀ ਹੈ ਆਪਣੇ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ। Before they asking, He will give them. ਉਹ ਉਹਨਾਂ ਨੂੰ ਮੰਗਣ ਤੋਂ ਪਹਿਲਾਂ ਦੇ ਦਿੰਦਾ ਹੈ। This verse is not for anyone, for everyone. ਇਹ ਜਿਹੜਾ ਵਚਨ ਹੈ ਹਰ ਇੱਕ ਦੇ ਲਈ ਨਹੀਂ ਆ। It is for them, ਇਹ ਉਹਨਾਂ ਦੇ ਲਈ ਆ those who take up their cross ਜਿਹੜੇ ਆਪਣੇ ਉਸ ਕਰੂਸ ਨੂੰ ਚੁੱਕ ਕੇ ਚੱਲਦੇ ਨੇ and follow God, ਔਰ ਪ੍ਰਭੂ ਦੇ ਪਿੱਛੇ ਚੱਲਦੇ ਨੇ, those who are jealous for God. ਔਰ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਲਈ ਜਲਨ ਹੈ। Bible says Jehu had jealous for God. ਬਾਈਬਲ ਦੱਸਦੀ ਹੈ Jehu had jealous for God. ਜੇਹੂ ਪ੍ਰਭੂ ਦੇ ਲਈ ਜਲਨ ਰੱਖਣ ਵਾਲਾ ਇਨਸਾਨ ਸੀ। And Bible says he said to Jehonadab, ਔਰ ਬਾਈਬਲ ਦੱਸਦੀ ਹੈ ਉਹਨੇ ਯਹੋਨਾਦਾਬ ਨੂੰ ਆਖਿਆ
I have zeal for God, मेरे अंदर प्रभु ਦੇ ਲਈ ਜੋਸ਼ ਹੈ and I have to do work for God. ਔਰ ਮੈਂ ਇਸ ਲਈ ਪ੍ਰਭੂ ਦੇ ਕੰਮ ਨੂੰ ਕਰਾਂਗਾ And Bible says, ਬਾਈਬਲ ਦੱਸਦੀ ਹੈ with that zeal, ਉਸ ਜੋਸ਼ ਦੇ ਨਾਲ he killed the members of family of Ahab. ਉਹਨੇ ਅਹਾਬ ਦੀ ਪਰਿਵਾਰ ਨੂੰ ਉਸ ਜੋਸ਼ ਦੇ ਵਿੱਚ ਆ ਕੇ ਜਨਮ ਦੇ ਵਿੱਚ ਆ ਕੇ ਖਤਮ ਕੀਤਾ Hallelujah. Hallelujah. And when you begin to read before some chapters, ਜਦੋਂ ਤੁਸੀਂ ਉਸ ਤੋਂ ਪਹਿਲਾਂ ਕੁਝ ਅਧਿਆਇ ਪੜ੍ਹਦੇ ਹੋ Bible says when Elijah was hiding himself in the caves, ਬਾਈਬਲ ਦੱਸਦੀ ਹੈ ਜਦੋਂ ਏਲੀਆ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ and God said to him, "What are you doing here, Elijah?" ਪਰਮੇਸ਼ਰ ਨੇ ਆਖਿਆ ਏਲੀਆ ਤੂੰ ਕੀ ਕਰ ਰਿਹਾ ਹਾਂ He said, "God, I am jealous for you." ਉਹਨੇ ਆਖਿਆ ਪ੍ਰਭੂ ਮੇਰੇ ਅੰਦਰ ਤੇਰੇ ਲਈ ਜਲਨ ਹੈ Hallelujah. Hallelujah. That he said, "I am jealous for you. ਉਹਨੇ ਆਖਿਆ ਪ੍ਰਭੂ ਤੇਰੇ ਲਈ ਮੇਰੇ ਅੰਦਰ ਇੱਕ ਜਲਨ ਹੈ ਜੋਸ਼ Your ਹੈ people has left you. ਕਿਉਂਕਿ ਇਹ ਲੋਕ ਤੈਨੂੰ ਛੱਡ ਕੇ ਜਾ ਰਹੇ ਨੇ They are not worshiping you." ਉਹ ਤੇਰੀ ਆਰਾਧਨਾ ਨਹੀਂ ਕਰ ਰਹੇ He had zeal for God. ਉਹਦੇ ਅੰਦਰ ਪ੍ਰਭੂ ਦੇ ਲਈ ਜੋਸ਼ ਸੀ There was a fire, burning fire in him. ਉਹਦੇ ਅੰਦਰ ਪ੍ਰਭੂ ਦੀ ਇੱਕ ਅੱਗ ਬਲ ਰਹੀ ਸੀ Hallelujah. Hallelujah. From there, God said, when he said this, ਜਦੋਂ ਉਹਨੇ ਇਸ ਤਰ੍ਹਾਂ ਬੋਲਿਆ from there God said, ਤਦ ਪ੍ਰਭੂ ਨੇ ਉਹਨੂੰ ਆਖਿਆ "Go. ਚਲਾ ਜਾ You have to travel a lot, ਤੂੰ ਬਹੁਤ ਸਾਰੀ ਯਾਤਰਾ ਨੂੰ ਹਲੇ ਕਰਨਾ ਹੈ and you will anoint Elisha, ਔਰ ਫਿਰ ਤੂੰ ਉਸ ਜਗ੍ਹਾ ਤੇ ਜਾ ਕੇ ਅਲੀਸ਼ਾ ਨੂੰ ਅਭਿਸ਼ੇਕ ਕਰ ਦੇ and you will anoint Jehu." ਔਰ ਤੂੰ ਜਿਹੇ ਨੂੰ ਵੀ ਜਾ ਕੇ ਮਸਾ ਕਰ ਦੇ Which jealous Elijah took? ਜਿਹੜਾ Very jealous Elijah. ਜਿਹੜੀ- Like, ਜਿਹੜੀ ਜੈਲਸ ਔਰ ਜੋਸ਼ ਏਲੀਆ ਦੇ ਕੋਲ ਸੀ Bible says the same spirit came upon the Jehu. ਬਾਈਬਲ ਦੱਸਦੀ ਹੈ ਸੇਮ ਉਹ ਯਹੂ ਦੇ ਵਿੱਚ ਵੀ ਆ ਗਈ And Bible says that Jehu said to Jehonadab, ਤਾਂ ਫਿਰ ਯਹੂ ਨੇ ਯਹੋਨਾਦਾਬ ਨੂੰ ਆਖਿਆ "Shall we kill all the members of Ahab?" ਔਰ ਇਸ ਘਰ ਦੇ ਸਾਰੇ ਮੈਂਬਰਾਂ ਨੂੰ ਖਤਮ ਕਰ ਦਿੱਤਾ ਜਾਵੇਗਾ And Bible says they killed the members of Ahab. ਬਾਈਬਲ ਦੱਸਦੇ ਨੇ ਅਹਾਬ ਦੇ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ Hallelujah. And Bible says the same jealous was in the Elisha. ਬਾਈਬਲ ਦੱਸਦੇ ਸੇਮ ਜੈਲਸ ਔਰ ਅਨਕ ਪ੍ਰਭੂ ਦੇ ਲਈ ਅਲੀਸ਼ਾ ਦੇ ਅੰਦਰ ਸੀ Bible says Elisha was more humble before Elijah. ਬਾਈਬਲ ਦੱਸਦੀ ਹੈ ਉਹ ਅਲੀਸ਼ਾ ਜਿਹੜਾ ਸੀ ਇੱਕ ਬਹੁਤ ਨਮਰ ਇਨਸਾਨ ਸੀ From where that humbleness came from him? Humble number ਦੇ ਕਿੱਥੋਂ ਆਈ? ਉਹਦੇ ਅੰਦਰ ਇੰਨੀ ਜ਼ਿਆਦਾ ਨਮਰਤਾ ਕਿਸ ਜਗ੍ਹਾ ਤੋਂ ਆ ਗਈ Bible says he used to wash the hands of his master. ਬਾਈਬਲ ਦੱਸਦੀ ਹੈ ਉਹ ਆਪਣੇ ਸਵਾਮੀ ਦੇ ਹੱਥਾਂ ਨੂੰ ਧੋਂਦਾ ਸੀ He was very humble person. ਉਹ ਬਹੁਤ ਹੀ ਨਮਰ ਔਰ ਹੰਬਲ ਇਨਸਾਨ ਸੀ From where the spirit of humbleness came upon him? ਜਿਹੜਾ ਹੰਬਲਨੈਸ ਦੀ ਆਤਮਾ ਸੀ ਉਹਦੇ ਵਿੱਚ ਕਿੱਥੋਂ ਆ ਗਈ Because of jealousy. ਕਿਉਂਕਿ ਉਹਦੇ ਅੰਦਰ ਜੈਲਸੀ ਸੀ ਪ੍ਰਭੂ ਦੇ ਲਈ Because Bible says Elijah had jealousy for God. ਬਾਈਬਲ ਦੱਸਦੀ ਹੈ ਏਲੀਆ ਦੇ ਅੰਦਰ ਅਨਕ ਸੀ ਪ੍ਰਭੂ ਦੇ ਲਈ And God gave him a good disciple. ਤੇ ਪਰਮੇਸ਼ਰ ਨੇ ਉਹਨੂੰ ਇੱਕ ਅੱਛਾ ਚੇਲਾ ਦਿੱਤਾ God gave him humble disciple. ਉਹਨੇ ਇੱਕ ਨਮਰ ਇਨਸਾਨ ਨੂੰ ਦਿੱਤਾ Hallelujah. Hallelujah. When you have the zealous for God, ਅਗਰ ਤੁਹਾਡੇ ਅੰਦਰ ਪ੍ਰਭੂ ਦੇ ਲਈ ਅਨਕ ਹੈ ਹਾਲੇਲੂਇਆ when you have the zealous for God, ਅਗਰ ਤੁਹਾਡੇ ਅੰਦਰ ਪ੍ਰਭੂ ਦੇ ਲਈ ਅਨਕ ਹੈ when you have the zeal for God, ਪ੍ਰਭੂ ਦੇ ਲਈ ਜੋਸ਼ ਹੈ if you have the fire for God, ਔਰ ਅਗਰ ਤੁਹਾਡੇ ਅੰਦਰ ਪ੍ਰਭੂ ਦੇ ਲਈ ਅੱਗ ਭਰੀ ਹੋਈ ਹੈ God will give you divine help with divine helpers. ਤਦ ਪ੍ਰਭੂ ਤੁਹਾਨੂੰ ਡਿਵਾਈਨ ਅਦਭੁਤ ਲੋਕਾਂ ਦੇ ਨਾਲ ਬਲੈਸ ਕਰੇਗਾ If they take loss, if they get loss, ਅਗਰ ਉਹਨਾਂ ਦਾ ਨੁਕਸਾਨ ਹੋਵੇ, ਅਗਰ ਉਸ ਸਮੇਂ ਕੋਈ ਨੁਕਸਾਨ ਹੋਵੇ ਅਗਰ ਉਹਨਾਂ ਦਾ ਵੀ ਨੁਕਸਾਨ ਹੋਵੇ, ਅਗਰ ਉਹਨਾਂ ਦਾ ਕੋਈ ਨੁਕਸਾਨ ਹੋਵੇ then surely they will bless you. ਤਦ ਪੱਕਾ ਤੁਹਾਨੂੰ ਆਸ਼ੀਸ਼ ਕਰਨਗੇ How we get the divine helpers from God? ਔਰ ਕਿਸ ਤਰ੍ਹਾਂ ਅਸੀਂ ਸਮਝ ਸਕਦੇ ਕਿ ਜਿਹੜੇ ਮਦਦਗਾਰ ਨੇ ਉਹ ਪ੍ਰਭੂ ਦੇ ਵੱਲੋਂ ਭੇਜੇ ਗਏ ਨੇ If we have jealousy for God, ਅਗਰ ਸਾਡੇ ਕੋਲ ਪ੍ਰਭੂ ਦੀ ਅਨਕ ਹੈ sure God will give us. ਪੱਕਾ ਖੁਦਾ ਤੁਹਾਨੂੰ ਦੇਵੇਗਾ As in the life of David, Jonathan. ਔਰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਡੇਵਿਡ ਔਰ ਜੋਨਾਥਨ ਦੀ ਜ਼ਿੰਦਗੀ ਵਿੱਚ Bible says Jonathan was the next king, ਬਾਈਬਲ ਦੱਸਦੀ ਹੈ ਜੋਨਾਥਨ ਅਗਲਾ ਰਾਜਾ ਬਣਨ ਵਾਲਾ ਸੀ but Jonathan said, ਪਰ ਜੋਨਾਥਨ ਨੇ ਆਖਿਆ I will not become the king. ਮੈਂ ਹੋਣ ਵਾਲਾ ਰਾਜਾ ਨਹੀਂ ਹਾਂ Hallelujah. But you will become the king. ਪਰ ਤੂੰ ਹੋਣ ਵਾਲਾ ਰਾਜਾ ਹੈ He knew what he was telling. ਉਹ ਜਾਣਦਾ ਸੀ ਉਹ ਕੀ ਬੋਲ ਰਿਹਾ ਹੈ Hallelujah. Hallelujah. But Bible says the Spirit of God molded Jonathan. ਬਾਈਬਲ ਦੱਸਦੀ ਹੈ ਪਰਮੇਸ਼ਰ ਦੀ ਆਤਮਾ ਨੇ ਜੋਨਾਥਨ ਨੂੰ ਚੇਂਜ ਕੀਤਾ Hallelujah. And he said you will become the next king. ਔਰ ਪਰ ਜੋਨਾਥਨ ਨੇ ਆਖਿਆ ਤੂੰ ਜਿਹੜਾ ਰਾਜਾ ਹੋਵੇਗਾ ਇਸਰਾਇਲ ਦਾ The same jealousy, because that David had a jealousy for God. ਕਿਉਂਕਿ ਦਾਊਦ ਦੇ ਕੋਲ ਪ੍ਰਭੂ ਦੀ ਅਨਕ ਸੀ ਜੈਲਸੀ ਸੀ Hallelujah. Hallelujah. When Goliath came ਜਦੋਂ ਗੋਲੀਅਤ ਆਇਆ and he is abusing to God, he is abusing God. ਉਹ ਪਰਮੇਸ਼ਰ ਨੂੰ ਗਾਲਾਂ ਕੱਢ ਰਿਹਾ ਜਿਹੜੇ ਡੈਨੀਅਲ ਹੈ And all Israelites are silent.
silent. All Israel. ਸਾਰੇ ਇਸਰਾਇਲੀ ਚੁੱਪ ਸੀ ਜਦੋਂ ਗੋਲੀਅਤ ਜਿਹੜਾ ਸੀ ਗਾਲਾਂ ਕੱਢ ਰਿਹਾ ਸੀ। Even king also was silent. ਉਹ ਜਿਹੜਾ ਰਾਜਾ ਸੀ ਉਹ ਵੀ ਚੁੱਪਚਾਪ ਸੀ। But Bible says there was a jealousy for God in the life of ਪਰ David. ਬਾਈਬਲ ਦੱਸਦੀ ਹੈ ਡੇਵਿਡ ਇੱਕ ਐਸਾ ਇਨਸਾਨ ਸੀ ਜਿਹਦੇ ਲਈ ਪ੍ਰਭੂ ਦੇ ਲਈ ਔਰ ਪ੍ਰਭੂ ਦੇ ਲੋਕਾਂ ਦੇ ਲਈ ਅਲੱਗ ਸੀ। Hallelujah. Hallelujah. And he said, I have come up with the power of God. ਔਰ ਉਹਨੇ ਆਖਿਆ ਮੈਂ ਪ੍ਰਭੂ ਦੀ ਸ਼ਕਤੀ ਦੇ ਨਾਲ ਆਵਾਂ। I have come up over here with the name of the Lord. ਉਹਨੇ ਆਖਿਆ ਮੈਂ ਪਰਮੇਸ਼ਰ ਦੇ ਯਹੋਵਾ ਦੇ ਨਾਮ ਵਿੱਚ ਆਣਾ ਹਾਂ। He said, you may have come up with your strength. ਉਹਨੇ ਆਖਿਆ ਮੈਂ ਪਰਮੇਸ਼ਰ ਦੇ ਨਾਮ ਵਿੱਚ ਤੇਰੇ ਅੱਗੇ ਆਣਾ ਹਾਂ। दाऊद ने गोली में क्या हो सकता तुम अपने बाल के ऊपर आया हां But he said, I have come up with the name of the Lord. पर उन्हें आख्या मैं यहोवा दे नाम विच आया हां। And he just threw one stone. पर सिर्फ उन्हें एक पत्थर को मारया। And Bible says with that stone he killed the Goliath. पर बाइबल दसदी उस पत्थर दे नाल गोलियत मर गया। When you have jealousy for God, ਜਦੋਂ ਤੁਹਾਡੇ ਅੰਦਰ ਪ੍ਰਭੂ ਦੀ ਅਣਖ ਹੋਵੇਗੀ to do something for him. ਤੁਸੀਂ ਪ੍ਰਭੂ ਲਈ ਕੁਝ ਕਰੋਗੇ। Hallelujah. Hallelujah. To do something for him. ਤੁਸੀਂ ਜਦੋਂ ਪ੍ਰਭੂ ਲਈ ਕੁਝ ਕਰਦੇ ਹੋ One stone also will work. ਇੱਕ ਪੱਥਰ ਹੀ ਬਹੁਤ ਕੰਮ ਕਰਦੇ ਨੇ। A little lay hand will also work. ਇੱਕ ਹੱਥ ਰੱਖਣਾ ਹੀ ਬੜੀ ਬਰਕਤ ਦਾ ਕੰਮ ਬਣ ਜਾਏਗਾ। You know, a little prayer, a small prayer also will work. ਇੱਕ ਛੋਟੀ ਜਿਹੀ ਪ੍ਰਾਰਥਨਾ ਵੀ ਉਦੋਂ ਕੰਮ ਕਰੇਗੀ। Hallelujah. Hallelujah. Because of jealousy. ਕਿਉਂਕਿ ਤੁਹਾਡੇ ਅੰਦਰ ਪ੍ਰਭੂ ਦੇ ਲਈ ਜੋਸ਼ ਹੋ ਰਿਹਾ ਹੈ। Hallelujah. Hallelujah. Because of zeal you have. ਕਿਉਂਕਿ ਤੁਹਾਡੇ ਅੰਦਰ ਜੋਸ਼ ਹੈ ਪ੍ਰਭੂ ਦੇ ਲਈ। Because you are carrying the zeal for God. ਕਿਉਂਕਿ ਤੁਸੀਂ ਆਪਣੇ ਅੰਦਰ ਪ੍ਰਭੂ ਦੇ ਲਈ ਜੋਸ਼ ਨੂੰ ਭਰ ਕੇ ਚੱਲਦੇ And ਹੋ। that zeal becomes your power. ਔਰ ਉਹੀ ਜਿਹੜਾ ਜੋਸ਼ ਹੈ ਤੁਹਾਡੇ ਅੰਦਰ ਸ਼ਕਤੀ ਨੂੰ ਵਧਾ ਦਿੰਦਾ ਹੈ। That zeal becomes your anointing. ਉਹ ਜੋਸ਼ ਜਿਹੜਾ ਹੈ ਤੁਹਾਡੇ ਅੰਦਰ ਅਭਿਸ਼ੇਕ ਨੂੰ ਵਧਾਉਂਦਾ ਹੈ। That zeal becomes your vision. ਉਹ ਤੁਹਾਡੇ ਦਰਸ਼ਨ ਨੂੰ ਵਧਾ ਦਿੰਦਾ ਹੈ। That zeal will raise you in the lakhs of people. ਉਹ ਜਿਹੜਾ ਜੋਸ਼ ਹੈ ਤੁਹਾਨੂੰ ਬਹੁਤ ਸਾਰੇ ਜਗ੍ਹਾਵਾਂ ਤੇ ਵਧਾ ਦਿੰਦਾ ਹੈ ਲੋਕਾਂ ਵਿੱਚ। Hallelujah. With that jealousy, God will use you more. ਉਹ ਉਹੀ ਅਣਖ ਦੁਆਰਾ ਖੁਦਾ ਤੁਹਾਨੂੰ ਹੋਰ ਜ਼ਿਆਦਾ ਇਸਤੇਮਾਲ ਕਰਦਾ ਹੈ। Hallelujah. 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 How many are getting? ਕਿੰਨੇ ਲੋਕ ਸਮਝ ਰਹੇ ਨੇ? You must have zeal for God. ਤੁਹਾਡੇ ਅੰਦਰ ਜੋਸ਼ ਹੋਣਾ ਬਹੁਤ ਜ਼ਰੂਰੀ ਹੈ। Do you have jealousy for God? ਤੁਹਾਡੇ ਅੰਦਰ ਪ੍ਰਭੂ ਦੀ ਜੋਸ਼ ਅਣਖ ਹੈ ਜਾਂ ਨਹੀਂ ਹੈ? ਹੈਗਾ ਕਿ ਨਹੀਂ? ਜੈਲਸੀ ਹੈ ਕਿ ਨਹੀਂ ਪ੍ਰਭੂ ਦੇ ਲਈ? Hallelujah. Hallelujah. ਹਾਲੇਲੂਇਆ। Do you have jealousy for God? ਤੁਹਾਡੇ ਕੋਲ ਪ੍ਰਭੂ ਦੇ ਲਈ ਜੈਲਸੀ ਹੈ? If you have that jealousy, ਅਗਰ ਤੁਹਾਡੇ ਅੰਦਰ ਪ੍ਰਭੂ ਦੀ ਅਣਖ ਹੈ sure in the coming days God will surely bless you. ਔਰ ਆਉਣ ਵਾਲੇ ਦਿਨ 'ਚ ਪੱਕਾ ਖੁਦਾ ਤੁਹਾਨੂੰ ਬਰਕਤ ਦੇਗਾ। Hallelujah. ਹਾਲੇਲੂਇਆ। See, when you comes to church ਜਦੋਂ ਤੁਸੀਂ ਚਰਚ ਵਿੱਚ ਆਉਂਦੇ ਹੋ and you are seeing that something is remaining, ਔਰ ਜਦੋਂ ਤੁਸੀਂ ਚਰਚ ਵਿੱਚ ਆਉਂਦੇ ਹੋ that you are seeing here the wire needs. ਔਰ ਜਦੋਂ ਤੁਸੀਂ ਇਸ ਜਗ੍ਹਾ ਤੇ ਦੇਖਦੇ ਹੋ ਕਿਸੇ ਚੀਜ਼ ਦੀ ਜ਼ਰੂਰਤ ਹੈ ਕਿਸੇ ਵੀ ਸਮਾਨ ਦੀ ਜ਼ਰੂਰਤ ਹੈ And you think when you see and you think that in church this thing is needed. ਔਰ ਜਦੋਂ ਤੁਸੀਂ ਦੇਖਦੇ ਹੋ ਚਰਚ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ And when you act upon that, ਔਰ ਜਦੋਂ ਤੁਸੀਂ ਉਹਦੇ ਉੱਪਰ ਕੰਮ ਕਰਦੇ ਹੋ through that ਉਹਦੇ ਦੁਆਰਾ substance ਉਸ ਪਦਾਰਥ ਦੇ ਨਾਲ ਉਹਦੇ ਦੁਆਰਾ ਜਾਂ ਉਸ ਪਦਾਰਥ ਦੇ ਨਾਲ ਜਦੋਂ ਤੁਸੀਂ ਦੇਖਦੇ ਹੋ God will bless you. ਪ੍ਰਭੂ ਤੁਹਾਨੂੰ ਬਰਕਤ ਦੇਗਾ। Whether you pray or not. ਤੁਸੀਂ ਪ੍ਰਾਰਥਨਾ ਕਰਦੇ ਹੋ ਜਾਂ ਨਹੀਂ ਕਰਦੇ ਹੋ ਪਰ ਜਦੋਂ ਤੁਸੀਂ ਉਸ ਚੀਜ਼ ਨੂੰ ਪੂਰਾ ਕਰਦੇ ਹੋ ਤਾਂ ਵੀ ਖੁਦਾ ਤੁਹਾਨੂੰ ਬਰਕਤ ਦੇਗਾ। Hallelujah. ਹਾਲੇਲੂਇਆ। See, we comes every Sunday in church. ਅਸੀਂ ਹਰ ਸੰਡੇ ਐਤਵਾਰ ਚਰਚ ਵਿੱਚ ਆਉਂਦੇ ਹਾਂ। We see that this thing is needed. ਔਰ ਅਸੀਂ ਦੇਖਦੇ ਹਾਂ ਕਿ ਇਸ ਚੀਜ਼ ਦੀ ਚਰਚ ਵਿੱਚ ਜ਼ਰੂਰਤ ਹੈ And we are not buying. ਪਰ ਅਸੀਂ ਖਰੀਦਦੇ ਨਹੀਂ। We are not buying not for the church but for the God. ਪਰ ਅਸੀਂ ਇਸ ਨੂੰ ਖਰੀਦ ਕੇ ਖੁਦਾ ਦੇ ਲਈ ਕਿਸੇ ਤਰ੍ਹਾਂ ਦੇ ਕੰਮ ਨੂੰ ਨਹੀਂ ਕਰਦੇ। The Spirit of God is telling to us just buy that thing. ਪਰਮੇਸ਼ਰ ਦਾ ਆਤਮਾ ਤੁਹਾਨੂੰ ਕਹਿੰਦਾ ਹੈ ਕਿ ਇਸ ਚੀਜ਼ ਨੂੰ ਖਰੀਦੋ। The Spirit of God is telling to us that buy the microphone. ਪ੍ਰਭੂ ਦਾ ਆਤਮਾ ਤੁਹਾਨੂੰ ਕਹਿੰਦਾ ਹੈ ਕਿ ਮਾਈਕ ਨੂੰ ਖਰੀਦੋ। But we look our pocket. ਪਰ ਅਸੀਂ ਆਪਣੀ ਪੋਕਟ ਵੱਲ ਦੇਖਦੇ ਹਾਂ। We see our pocket is empty. ਪਰ ਅਸੀਂ ਦੇਖਦੇ ਸਾਡੀ ਜੇਬ ਵਿੱਚ ਤਾਂ ਕੁਝ ਨਹੀਂ ਅਸੀਂ ਕਿਸ ਤਰ੍ਹਾਂ ਖਰੀਦ ਸਕਦੇ ਹਾਂ। And we just pray. We just pray. ਪਰ ਜਦ ਅਸੀਂ ਪ੍ਰਾਰਥਨਾ ਕਰਦੇ ਹਾਂ Will your prayer bring the answer? ਤੁਹਾਡੀ ਪ੍ਰਾਰਥਨਾ ਉੱਤਰ ਦੇਵੇਗੀ? No. Because Boliye. God said to you just to buy, you have to act. ਪ੍ਰਭੂ ਤੁਹਾਨੂੰ ਕਹਿ ਰਿਹਾ ਇਸ ਨੂੰ ਖਰੀਦ ਪਰ ਤੁਸੀਂ ਪ੍ਰਾਰਥਨਾ ਕਰ ਰਹੇ ਹੋ। Hallelujah. ਹਾਲੇਲੂਇਆ। Sometimes God wants you should not pray, you just act on the word. ਕਈ ਵਾਰ ਪ੍ਰਭੂ ਚਾਹੁੰਦੇ ਸਿਰਫ ਅਸੀਂ ਪ੍ਰਾਰਥਨਾ ਕਰੀਏ ਪਰ ਉਸ ਵਰਗ ਉੱਪਰ ਅਸੀਂ ਉਹਦੇ ਅਨੁਸਾਰ ਕੰਮ ਕਰੀਏ। If we look at our situation, ਪਰ ਜਦੋਂ ਅਸੀਂ ਆਪਣੇ ਹਾਲਾਤਾਂ ਨੂੰ ਦੇਖਦੇ ਹਾਂ when we look at our situation,
ਜਦੋਂ ਅਸੀਂ ਆਪਣੇ ਹਾਲਾਤਾਂ ਨੂੰ ਦੇਖਦੇ ਹਾਂ we cannot buy, ਅਸੀਂ ਨਹੀਂ ਖਰੀਦ ਸਕਦੇ, we cannot do anything. ਅਸੀਂ ਕੁਝ ਨਹੀਂ ਕਰ But ਸਕਦੇ। when you begin to look at on the word of God, ਪਰ ਜਦੋਂ ਤੁਸੀਂ ਖੁਦਾ ਦੇ ਵਚਨ ਦੇ ਵੱਲ ਦੇਖਦੇ ਹੋ we can do. ਪਰ ਫਿਰ ਤੁਸੀਂ ਕਰ ਸਕਦੇ ਹੋ। Paul said, ਪੌਲਸ ਕਹਿੰਦਾ ਹੈ, I can do all the things. ਪੌਲਸ ਕਹਿੰਦਾ ਮੈਂ ਸਭ ਕੁਝ ਕਰ ਸਕਦਾ ਹਾਂ, One who strengthens me. ਜਿਹੜਾ ਮੈਨੂੰ ਸਾਮਰਥ ਦਿੰਦਾ ਹੈ ਉਹਦੇ ਵਿੱਚ ਮੈਂ ਸਭ ਕੁਝ ਕਰ ਸਕਦਾ ਹਾਂ। Hallelujah. ਹਾਲੇਲੂਇਆ। Hallelujah. Hallelujah. If we are looking on our pocket, ਅਗਰ ਅਸੀਂ ਸਿਰਫ ਆਪਣੀ ਜੇਬ ਦੇ ਵੱਲ ਦੇਖਾਂਗੇ then we don't have faith. ਇਹਦਾ ਮਤਲਬ ਸਾਡੇ ਕੋਲ ਵਿਸ਼ਵਾਸ ਨਹੀਂ ਹੈ। Hallelujah. Hallelujah. Because we are looking on our situations. ਕਿਉਂਕਿ ਅਸੀਂ ਆਪਣੇ ਸਾਰੇ ਹਾਲਾਤਾਂ ਉੱਪਰ ਦੇਖਦੇ We ਹਾਂ। are looking on our financial sources. ਉਹ ਸਿਰਫ ਅਸੀਂ ਪੈਸੇ ਕਮਾਉਣ ਦੇ ਸਾਧਨ ਉੱਪਰ ਦੇਖਦੇ ਹਾਂ। We are not looking to God. ਅਸੀਂ ਪ੍ਰਭੂ ਦੇ ਵੱਲ ਨਹੀਂ ਦੇਖਦੇ, Hallelujah. Hallelujah. We are looking on our financial sources. ਪਰ ਅਸੀਂ ਆਪਣੇ ਪੈਸੇ ਦੇ ਵੱਲ ਦੇਖ ਰਹੇ ਹਾਂ We are looking on our sickness. ਔਰ ਅਸੀਂ ਆਪਣੀ ਸਾਰੀ ਕਮਜ਼ੋਰੀਆਂ ਉੱਪਰ ਦੇਖ ਰਹੇ ਹਾਂ We are looking on our bad habits. ਔਰ ਅਸੀਂ ਆਪਣੀ ਬੁਰੀਆਂ ਆਦਤਾਂ ਵੱਲ ਦੇਖ ਰਹੇ ਹਾਂ। We are not looking on the word of God. ਤਾਂ ਤੁਸੀਂ ਪ੍ਰਭੂ ਦੇ ਵਚਨ ਵੱਲ ਨਹੀਂ ਦੇਖ ਰਹੇ। That's why God doesn't want to bless you. ਇਸ ਲਈ ਖੁਦਾ ਤੁਹਾਨੂੰ ਬਰਕਤ ਨਹੀਂ ਦੇਣਾ ਚਾਹੁੰਦਾ। Hallelujah. Just keep faith. ਵਿਸ਼ਵਾਸ ਨੂੰ ਆਪਣੇ ਅੰਦਰ ਰੱਖੋ। Just keep faith and work with faith. ਆਪਣੇ ਅੰਦਰ ਵਿਸ਼ਵਾਸ ਨੂੰ ਰੱਖੋ ਔਰ ਵਿਸ਼ਵਾਸ ਦੁਆਰਾ ਕੰਮ ਨੂੰ ਕਰੋ। Hallelujah. Just Hallelujah. pray. If God said to you, you just buy. If God said to you, you have to do this thing. ਅਗਰ ਖੁਦਾ ਨੇ ਤੁਹਾਨੂੰ ਆਤਮਾ ਕਹਿੰਦਾ ਹੈ ਤੂੰ ਇਹਨੂੰ ਖਰੀਦ, ਕਹਿੰਦੇ ਅਨੁਸਾਰ ਕੰਮ ਕਰ, And you have faith ਤੁਹਾਡੇ ਕੋਲ ਵਿਸ਼ਵਾਸ ਹੈ and you are praying, ਔਰ ਤੁਸੀਂ ਪ੍ਰਾਰਥਨਾ ਕਰਦੇ ਹੋ, sure God will bless you. ਪੱਕਾ ਤੁਹਾਨੂੰ ਖੁਦਾ ਬਰਕਤ And ਦੇਵੇਗਾ He will open His ways. ਔਰ ਉਹ ਰਸਤਿਆਂ ਨੂੰ ਖੋਲ ਦੇਵੇਗਾ। Hallelujah. 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 ਹਾਲੇਲੂਇਆ। You just have the jealousy for God. ਸਿਰਫ ਤੁਹਾਡੇ ਅੰਦਰ ਪ੍ਰਭੂ ਦੇ ਲਈ ਅਣਖ ਹੋਣੀ ਚਾਹੀਦੀ ਹੈ। Hallelujah. Hallelujah. Today take one decision. ਅੱਜ ਇੱਕ ਫੈਸਲਾ ਲੈ ਕੇ ਉੱਠੀਏ। Before leaving the church, ਚਰਚ ਨੂੰ ਛੱਡਣ ਤੋਂ ਪਹਿਲਾਂ ਇੱਕ ਫੈਸਲਾ ਲਈਏ, take decision ਇੱਕ ਫੈਸਲਾ ਲਈਏ that every day ਹਰ ਦਿਨ I have to pray to us. ਮੈਂ ਪ੍ਰਾਰਥਨਾ ਕਰਾਂਗਾ 2 ਘੰਟੇ। Every day ਹਰ ਦਿਨ I have to read 5 chapters. ਮੈਂ 5 ਅਧਿਆਇ ਬਾਈਬਲ ਵਿੱਚ ਪੜਾਂਗਾ। Every week ਹਰ ਹਫ਼ਤੇ I have to take 2 fasting. ਮੈਂ 2 ਉਪਵਾਸ ਪ੍ਰਭੂ ਦੇ ਲਈ ਕਰਾਂਗਾ। Every day ਹਰ ਦਿਨ I will analyze myself. ਮੈਂ ਆਪਣੇ ਆਪ ਨੂੰ ਪਰਖਾਂਗਾ। Hallelujah. Hallelujah. And how much I grow. ਕਿਸ ਤਰ੍ਹਾਂ ਮੈਂ ਪ੍ਰਭੂ ਵਿੱਚ ਚੱਲ ਰਿਹਾ ਹਾਂ। Hallelujah. Hallelujah. Just to make a plan, ਔਰ ਇੱਕ ਪਲਾਨ ਨੂੰ ਬਣਾਵਾਂਗਾ, make a structure. ਇੱਕ ਸਟਰਕਚਰ ਨੂੰ, ਇੱਕ ਪਲਾਨ ਢਾਂਚੇ ਨੂੰ ਬਣਾਵਾਂਗਾ। ਇਹਦਾ ਤਾਂ ਬਣਾਈਏ। Hallelujah. Don't just come blindly in the church. ਇੱਕ ਅੰਨੇ ਦੀ ਤਰ੍ਹਾਂ ਚਰਚ ਵਿੱਚ ਆਈਏ। Come with such a plans. ਇੱਕ ਯੋਜਨਾ ਦੇ ਨਾਲ ਚਰਚ ਵਿੱਚ ਆਈਏ। Hallelujah. Hallelujah. To grow in spiritually, ਤਾਂ ਕਿ ਤੁਸੀਂ ਆਤਮਾ ਵਿੱਚ ਵੱਧ ਜਾਓ, to grow in physically. ਸਰੀਰਿਕ ਬਰਕਤਾਂ ਵਿੱਚ ਵੱਧ ਜਾਓ। Hallelujah. Hallelujah. Just close your eyes. ਆਪਣੀ ਅੱਖਾਂ ਬੰਦ ਕਰੀਏ। Stand on your feet. ਆਪਣੇ ਕਦਮਾਂ ਤੇ ਖੜੇ ਹੋ ਜਾਈਏ। See, raise your hands. ਆਪਣੇ ਹੱਥਾਂ ਨੂੰ ਉਠਾਈਏ। Raise your hands. ਸਭ ਆਪਣੇ ਹੱਥਾਂ ਨੂੰ ਉਠਾਈਏ। Take one decision. ਇੱਕ ਫੈਸਲਾ ਚ ਲਈਏ। That God ਪਰਮੇਸ਼ਵਰ ਦੇ ਨਾਲ says to God, ਪ੍ਰਭੂ ਨੂੰ ਆਖੀਏ, Lord, ਪਰਮੇਸ਼ਵਰ whether I get problem, ਜਦੋਂ ਮੈਂ ਸਮੱਸਿਆ ਨੂੰ ਆਪਣੀ ਜ਼ਿੰਦਗੀ ਵਿੱਚ ਦੇਖਦਾ ਹਾਂ, ਭਾਵੇਂ ਮੈਂ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਵਿੱਚ ਹੋਵਾਂ, whether I get any harmness, ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਦੇ ਵਿੱਚ ਹੋਵਾਂ, whether I get any lackness, ਕਿਸੇ ਵੀ ਪ੍ਰਕਾਰ ਦੀ ਬੁਰਾਈ ਵਿੱਚ, ਨੁਕਸਾਨ ਵਿੱਚ ਹੋਵਾਂ, but God, ਪਰ ਪਰਮੇਸ਼ਵਰ I will follow you. ਮੈਂ ਤੇਰੇ ਪਿੱਛੇ ਚੱਲਾਂਗਾ। I will walk upon your word. ਮੈਂ ਤੇਰੇ ਵਚਨ ਦੇ ਅਨੁਸਾਰ ਕੰਮ ਕਰਾਂਗਾ। Speak to God. Speak with ਕਹੀਏ ਪ੍ਰਭੂ ਨੂੰ, ਕਹੀਏ Speak with this word. ਅੱਜ ਦੇ ਵਚਨ ਅਨੁਸਾਰ ਪ੍ਰਭੂ ਕੀ ਪ੍ਰਾਰਥਨਾ ਕਰੀਏ। Says to God, ਕਹੀਏ ਪ੍ਰਭੂ ਨੂੰ, just promise with Him.
सुनिए बड़े ध्यान देना। Now, do you want healing or love of God? Do you want healing or love for God? ਤੁਹਾਨੂੰ ਚੰਗਾਈ ਚਾਹੀਦੀ ਹੈ ਜਾਂ ਪ੍ਰਭੂ ਦੇ ਨਾਲ ਪਿਆਰ ਚਾਹੀਦਾ ਹੈ? Do you want your prayer answered or love for God? ਤੁਹਾਨੂੰ ਆਪਣੀ ਪ੍ਰਾਰਥਨਾ ਉੱਤਰ ਚਾਹੀਦੀ ਹੈ ਜਾਂ ਪ੍ਰਭੂ ਦਾ ਪਿਆਰ ਚਾਹੀਦਾ Do ਹੈ? you want healing or zealous for God? ਤੁਹਾਨੂੰ ਚੰਗਾਈ ਚਾਹੀਦੀ ਹੈ ਜਾਂ ਪ੍ਰਭੂ ਦੇ ਨਾਲ ਨਾਨਕ ਚਾਹੀਦੀ ਹੈ ਪ੍ਰਭੂ ਦੇ ਨਾਲ? Tell me what you want. ਕਹੀਏ ਤੁਹਾਨੂੰ ਕੀ ਚਾਹੀਦਾ ਹੈ? अपने कान खोलिए, बोलिए, ਆਪਣੇ ਕੰਨ ਖੋਲੀਏ। बोलिए. What do you want? Jealousy or healing? ਤੁਹਾਨੂੰ ਕੀ ਚਾਹੀਦਾ ਹੈ? ਪ੍ਰਭੂ ਦੀ ਨਾਨਕ ਚਾਹੀਦੀ ਹੈ ਜਾਂ ਚੰਗਾਈ ਚਾਹੀਦੀ ਹੈ? What do you want? Your prayer answered or love for God? ਤੁਹਾਨੂੰ ਆਪਣੀ ਪ੍ਰਾਰਥਨਾ ਉੱਤਰ ਚਾਹੀਦਾ ਹੈ, ਪ੍ਰਭੂ ਨੂੰ ਪਿਆਰ ਚਾਹੀਦਾ ਹੈ? Tell me what you want. ਦੱਸਿਏ ਤੁਸੀਂ ਕੀ ਚਾਹੁੰਦੇ ਹੋ? Do you want love of God? ਕਿ ਤੁਸੀਂ ਪ੍ਰਭੂ ਦੇ ਦਾ ਪਿਆਰ ਚਾਹੁੰਦੇ ਹੋ? Hallelujah. Today I was not praying. ਅੱਜ ਅਸੀਂ Today I was just praying. ਅੱਜ ਸਿਰਫ ਪ੍ਰਾਰਥਨਾ ਕਰ ਰਹੇ ਹਾਂ। प्रार्थना करिए कि प्रभु जी बदना है मैं. ਅੱਜ ਅਸੀਂ ਫੇਰ ਪ੍ਰਾਰਥਨਾ ਕਰੀਏ ਕਿ ਅਸੀਂ ਪ੍ਰਭੂ ਦੇ ਵਿੱਚ ਵਧਣਾ ਹੈ। ਮੈਨੂੰ हीलिंग नहीं चाहिए ਮੈਨੂੰ ਚੰਗਾਈ ਨਹੀਂ ਚਾਹੀਦੀ। क्योंकि हीलिंग देने वाला मेरे अंदर खुद आ जाएगा. बोलिए बली साहब। जो हीलिंग देने वाला मेरे अंदर आएगा, हीलिंग अपने आप आ जाएगी. जो फाइनेंशियल ब्लेस करने वाला आ जाएगा, वो सब कुछ आ जाएगा. क्लोज योर आईज एंड प्रे. अपने घर बंद करिए और बोलिए इस तरह। Worship.
परमेश्वर को एक चीज दिखा रहे ने परमेश्वर किसी दी चेस्ट ਨੂੰ ਛੂ ਰਹੇ ਨੇ और ये चंगाई नहीं है ये प्रभु पवित्र आत्मा ਤੁਹਾਨੂੰ स्पर्श कर रहे हैं कुछ हो रहा है इस जगह पे ਤੁਹਾਡੀ ਚੈਸਟ ਉੱਪਰ ਤੁਹਾਡੀ ਛਾਤੀ ਉੱਪਰ प्रभु दिखा रहे ने प्रभु ਤੁਹਾਨੂੰ ਛੂ ਰਹੇ ਨੇ ਚੰਗਾਈ नहीं है ये परमेश्वर ਦਾ स्पर्श ਹੈਗਾ ਜਿਹੜਾ ਉਹ ਚੱਲ ਰਿਹਾ है
अगर तुम डिसीजन लिया है, अगर तुम प्लान कर चुके हो, वादा कर चुके हो, अज की लाइफ चेक करना, होने वाली लाइफ चेक करना अपनी, तुम बेटर देखोगे अगर तुम वाकई डिसीजन लिया है।
लोग चेंज हो जाएंगे। जिस भी जगह पे जाओगे लोग प्रभु जाएंगे। जिस भी जगह पे जाओगे प्रभु